ਹੁੰਦੀ ਹੈ। ਗੌੜੀ ਕੀ ਵਾਰ ਮਹਿਲਾ ਚੌਥਾ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ ਨੇ ਸਾਰੀਆਂ, ਕਿਉਂਕਿ ਵਾਰ ਜਿਹੜੀ ਇਹ ਪੌੜੀਆਂ ਨੂੰ ਕਹਿੰਦੇ ਨੇ, ਤੇ ਇਸ ਵਾਰ ਦੇ ਅੰਦਰ ਜੋ ਪੌੜੀਆਂ ਨੇ ਉਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਤੇ ਜੇ ਵਾਰ ਦੇ ਅੰਦਰ ਕਿਸੇ ਹੋਰ ਗੁਰੂ ਸਾਹਿਬਾਨ ਦੀ ਪੌੜੀ ਆਏ ਤਾਂ ਉਹਦੇ ਅੱਗੇ ਲਿਖ ਦਿੱਤਾ ਜਾਂਦਾ ਹੈ ਮਹਿਲਾ ਤੀਜਾ ਜਾਂ ਪੰਜਵਾਂ। ਜੇ ਇਸ ਵੀ ਗੁਰੂ ਦੀ ਪੌੜੀ ਅਲੱਗ ਤੌਰ ਤੇ ਆਉਂਦੀ ਹੈ ਉਸ ਦਾ ਉੱਥੇ ਸੰਕੇਤ ਦੇ ਦਿੱਤਾ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਜੋ ਇੱਕ ਹੈ, ਪਸਰਿਆ ਹੋਇਆ ਹੈ ਸਾਰੇ ਸੰਸਾਰ ਅੰਦਰ, ਜਿਸ ਦੇ ਦੋ ਰੂਪ ਨੇ, ਨਿਰਗੁਣ ਔਰ ਸਰਗੁਣ। ਸਰਗੁਣ ਸਰੂਪ ਦੇ ਅੰਦਰ ਸਾਰਾ ਦਿਸਦਾ ਹੋਇਆ ਸੰਸਾਰ ਇਹ ਹੈ, ਤੇ ਨਿਰਗੁਣ ਦੇ ਅੰਦਰ ਜੋ ਇਸ ਤੇ ਗੁਣ ਨੇ, ਜੋ ਨਿਯਮ ਨੇ, ਜੋ ਹੁਕਮ ਹੈ ਜਾਂ ਸਿਸਟਮ ਹੈ, ਉਹ ਨਿਰਗੁਣ ਸਰੂਪ ਵਿੱਚ ਨੇ, ਜੋ ਸਾਨੂੰ ਨਜ਼ਰ ਹੀ ਨਹੀਂ ਪੈਂਦੇ ਲੇਕਿਨ ਹੈ ਨੇ। ਔਰ ਦੋਹਾਂ ਰੂਪਾਂ ਦੇ ਵਿੱਚ ਪ੍ਰਭੂ ਆਪ ਹੈ। ਸਤ ਦਾ ਮਤਲਬ ਸदैव ਹੈ, ਸਦਾ ਹੈ। ਜਿਵੇਂ ਮੈਂ ਕੁਝ ਸਮਾਂ ਪਹਿਲਾਂ ਨਹੀਂ ਸਾਂ, ਹੁਣ ਹਾਂ, ਕੁਝ ਸਮਾਂ ਬਾਅਦ ਮੈਂ ਫਿਰ ਨਹੀਂ ਹੋ ਜਾਵਾਂਗਾ। ਯਾਨੀ ਕੁਝ ਸਮਾਂ ਪਹਿਲਾਂ ਨਹੀਂ ਸਾਂ, ਹੁਣ ਹੈਗਾ, ਕੁਝ ਸਮਾਂ ਬਾਅਦ ਫਿਰ ਮੈਂ ਫਿਰ ਨਹੀਂ ਹੋ ਜਾਣਾ। ਐਵੇਂ ਹੁੰਦਾ ਨਾ, ਕੁਝ ਚੀਜ਼ਾਂ ਕੁਝ ਸਮਾਂ ਪਹਿਲਾਂ ਨਹੀਂ ਹੁੰਦੀਆਂ, ਫਿਰ ਹੁੰਦੀਆਂ ਨੇ, ਫਿਰ ਨਹੀਂ ਹੋ ਜਾਂਦੀਆਂ। ਪਰ ਰੱਬ ਐਸਾ ਨਹੀਂ ਹੈ ਕਿ ਕੁਝ ਸਮਾਂ ਪਹਿਲਾਂ ਨਹੀਂ ਸੀ, ਹੁਣ ਹੈ, ਤੇ ਕੁਝ ਸਮਾਂ ਬਾਅਦ ਫਿਰ ਨਹੀਂ ਹੋਵੇਗਾ। ਐਵੇਂ ਨਹੀਂ। ਸਤ ਦਾ ਮਤਲਬ ਉਹ ਸदैव ਹੈ, ਅਬਿਨਾਸ਼ੀ ਹੈ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਐਸੇ ਸਚਾਈ ਦੇ ਨਾਲ ਜੋ ਸਰਬ ਵਿਆਪਕ ਹੈ, ਉਹਦੇ ਗੁਣ ਨੇ, ਉਹਨਾਂ ਦੇ ਨਾਲ ਸਾਡਾ ਸੰਬੰਧ ਕਿਵੇਂ ਬਣਦਾ ਹੈ? ਗੁਰ ਪ੍ਰਸਾਦ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਸਦਕਾ। ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਲੈ ਕੇ ਜਦੋਂ ਅਸੀਂ ਗੁਰੂ ਤੋਂ ਗਿਆਨ ਦੀ ਦਾਤ ਲੈਂਦੇ ਹਾਂ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਬਤੀਤ ਕਰਦੇ ਹਾਂ, ਔਰ ਗੁਰਮਤ ਦੀ ਅਗਵਾਈ ਵਿੱਚ ਗਿਆਨ ਦੀ ਸਹੀ ਵਰਤੋਂ ਕਰਦੇ ਹਾਂ, ਤਾਂ ਸਾਡਾ ਸੰਬੰਧ ਉਹਨਾਂ ਰੱਬੀ ਗੁਣਾਂ ਦੇ ਨਾਲ, ਉਸ ਪਰਮ ਸੱਤਿਆ ਦੇ ਨਾਲ ਬਣਦਾ ਹੈ। ਸ਼ਲੋਕ ਮਹਿਲਾ ਚੌਥਾ। ਇਸ ਵਾਰ ਦੇ ਵਿੱਚ ਜੋ ਪੌੜੀ ਹੈ ਪਹਿਲੀ, ਉਹਦੇ ਨਾਲ ਸ਼ਲੋਕ ਵੀ ਪਹਿਲਾ ਜਿਹੜਾ ਹੈ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ। ਸਤਿਗੁਰ ਪੁਰਖ ਦਇਆਲ ਹੈ, ਜਿਸ ਨੂੰ ਸਮਤ ਸਭ ਕੋਏ। ਇਹਨੂੰ ਸਮਤ ਨਹੀਂ ਪੜਨਾ, ਸਮਤ, ਕਿਉਂਕਿ ਇਸ ਦੀ ਧਾਤੂ ਸਮ ਹੈ। ਸਮ ਦਾ ਮਤਲਬ ਹੁੰਦਾ ਹੈ ਬਰਾਬਰ। ਜੇ ਸਮਤ ਪੜਾਂਗੇ ਤਾਂ ਉਹਦਾ ਮਤਲਬ ਚੰਗੀ ਮੱਤ ਬਣ ਜਾਂਦਾ ਹੈ। ਸਮਤ ਪੋਲਾ ਬੋਲਣਾ ਹੈ, ਸਮ ਦੇ ਨਾਲ ਤ ਲਾਣਾ ਹੈ, ਸਮਤ। ਸਮਤ ਦਾ ਮਤਲਬ ਬਰਾਬਰ। ਸਤਿਗੁਰ ਪੁਰਖ ਦਇਆਲ ਹੈ, ਜਿਸ ਨੂੰ ਸਮਤ ਸਭ ਕੋਏ। ਇਹਨੂੰ ਦਿਆਲ ਨਹੀਂ ਪੜਨਾ, ਕਿਉਂਕਿ ਬਹੁਤੇ ਵੀਰ ਭੈਣਾਂ ਦਿਆਲ ਬੋਲਦੇ ਨੇ। ਦਿਆਲ ਬੋਲਿਆ ਕੀ ਹੁੰਦਾ ਹੈ ਕਿ ਦੱਦੇ ਨਾਲ ਸਿਹਾਰੀ, ਐੜੇ ਨਾਲ ਕੰਨਾ ਔਰ ਲੱਲਾ ਬੋਲ ਜਾਂਦਾ ਹੈ, ਤੇ ਜਿਹੜੀ ਵਿਚਕਾਰ ਵਾਲੀ ਈੜੀ ਔਰ ਈੜੀ ਨਾਲ ਸਿਹਾਰੀ ਉਹ ਗਾਇਬ ਹੋ ਜਾਂਦੀ ਹੈ। ਇਸ ਲਈ ਦਿਆਲ ਨਹੀਂ ਬੋਲਣਾ, ਦਇਆਲ। ਜਿਵੇਂ ਦਇਆ, ਦਇਆ ਦੇ ਨਾਲ ਦਇਆਲ। ਦਇਆਲ ਦਾ ਮਤਲਬ ਹੁੰਦਾ ਹੈ ਦਇਆ ਪਲਸ ਆਲੇ, ਦਇਆ ਦਾ ਘਰ। ਸਤਿਗੁਰੂ ਸਭ ਜੀਵਾਂ ਤੇ ਮਿਹਰ ਕਰਨ ਵਾਲਾ ਹੈ। ਸਤਿਗੁਰ ਪੁਰਖ ਸਾਰਿਆਂ ਤੇ ਦਇਆ ਕਰਦਾ ਹੈ। ਜਿਸ ਨੂੰ ਸਮਤ ਸਭ ਕੋਏ, ਉਹਨੂੰ ਹਰ ਇੱਕ ਜੀਵ ਇੱਕੋ ਜਿਹਾ ਹੈ, ਸਮਤ ਬਰਾਬਰ ਹੈ। ਉਹਦੇ ਵਾਸਤੇ ਕੋਈ ਆਪਣਾ, ਕੋਈ ਬੇਗਾਨਾ ਨਹੀਂ, ਕੋਈ ਚੰਗਾ, ਕੋਈ ਮਾੜਾ, ਕੋਈ ਉੱਚਾ, ਕੋਈ ਨੀਵਾਂ ਨਹੀਂ। ਸਾਰੇ ਉਹਦੇ ਵਾਸਤੇ ਬਰਾਬਰ ਨੇ। ਸਾਰਿਆਂ ਦੇ ਉੱਤੇ ਸਤਿਗੁਰੂ ਦਇਆ ਕਰਦਾ ਹੈ। ਲੇਕਿਨ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਸਾਡੀ ਜ਼ਿੰਦਗੀ ਦੇ ਅੰਦਰ ਗਿਆਨ, ਅਗਿਆਨ, ਚੰਗੇ ਮਾੜੇ ਲੋਕ ਕਿਵੇਂ ਪੈਦਾ ਹੋ ਗਏ, ਜਦੋਂ ਸਤਿਗੁਰੂ ਸਾਰਿਆਂ ਤੇ ਹੀ ਦਇਆ ਕਰ ਰਿਹਾ ਹੈ? ਤੇ ਫਿਰ ਸਾਡੇ ਵਿੱਚੋਂ ਕੁਝ ਚੰਗੇ ਔਰ ਕੁਝ ਮਾੜੇ ਕਿਉਂ ਹੋ ਗਏ? ਏਕ ਦ੍ਰਿਸ਼ਟ ਕਰ ਦੇਖਦਾ। ਦ੍ਰਿਸ਼ਟ ਦਾ ਮਤਲਬ ਹੈ ਨਜ਼ਰ। ਸਾਰਿਆਂ ਦੇ ਉੱਤੇ ਇੱਕੋ ਨਿਗਾਹ ਸੁੱਟਦਾ ਹੈ, ਇੱਕੋ ਨਜ਼ਰ ਦੇ ਨਾਲ ਵੇਖਦਾ ਹੈ ਗੁਰੂ। ਗੁਰੂ ਕਿਸੇ ਨੂੰ ਆਪਣੇ ਬੇਗਾਨੇ ਦੇ ਰੂਪ ਵਿੱਚ ਨਹੀਂ ਵੇਖਦਾ, ਅਮੀਰ ਗਰੀਬ ਦੇ ਰੂਪ ਵਿੱਚ ਨਹੀਂ ਵੇਖਦਾ। ਗੁਰੂ ਹਰ ਇੱਕ ਨੂੰ ਇੱਕ ਨਜ਼ਰ ਦੇ ਨਾਲ ਤੱਕਦਾ ਹੈ। ਇੱਕੋ ਦੀ ਸਮ ਦ੍ਰਿਸ਼ਟੀ ਹੈ,
ਸਾਰਿਆਂ ਦੇ ਨਾਲ ਸਮ ਵਿਵਹਾਰ ਹੈ, ਸਾਰਿਆਂ ਦੇ ਉੱਤੇ ਬਰਾਬਰ ਦਇਆ ਕਰਦਾ ਹੈ, ਸਭ ਨੂੰ ਬਰਾਬਰ ਗਿਆਨ ਦੀ ਦਾਤ ਦਿੰਦਾ ਹੈ। ਮਨ ਭਾਵਨੀ ਤੇ ਸਿੱਧ ਹੋਏ, ਸਿੱਧ ਦਾ ਮਤਲਬ ਸਫਲਤਾ, ਤੇ ਮਨ ਭਾਵਨੀ ਦਾ ਮਤਲਬ ਹੈ ਮਨ ਦੀ ਪ੍ਰੀਤ। ਜਿਹੋ ਜੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ ਹੈ, ਉਹੋ ਜੀ ਉਹਨੂੰ ਸਫਲਤਾ ਮਿਲ ਜਾਂਦੀ ਹੈ, ਉਹੋ ਜਿਹਾ ਉਹਨੂੰ ਫਲ ਮਿਲ ਜਾਂਦਾ ਹੈ। ਹੁਣ ਜੇ ਸਾਡੇ ਜੀਵਨ ਦੇ ਅੰਦਰ ਸੁੱਖ ਨਹੀਂ ਆਇਆ, ਤਾਂ ਇਹਦਾ ਮਤਲਬ ਕਿ ਸਾਡੇ ਜੋ ਮਨ ਦੀ ਭਾਵਨਾ ਸੀ ਨਾ, ਉਹ ਠੀਕ ਨਹੀਂ ਹੈ। ਅਸੀਂ ਗੁਰਮਤਿ ਆਸ਼ੇ ਅਨੁਸਾਰ ਕਿਤੇ ਜ਼ਿੰਦਗੀ ਨਹੀਂ ਜੀਵੀ, ਸਾਡਾ ਵਿਸ਼ਵਾਸ ਹੀ ਨਹੀਂ ਬਣਿਆ ਕਿ ਜੋ ਗੁਰੂ ਜੀ ਕਹਿ ਰਹੇ ਨੇ ਠੀਕ ਹੈ ਜਾਂ ਗਲਤ ਹੈ। ਇਸ ਕਰਕੇ ਅਸੀਂ ਉਸ ਸਿਧਾਂਤ ਨੂੰ, ਗੁਰੂ ਦੀ ਮੱਤ ਨੂੰ, ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾਇਆ ਨਹੀਂ। ਤਾਂ ਜਿਹੜਾ ਉਸ ਚੀਜ਼ ਨੂੰ ਨਹੀਂ ਅਪਣਾਏਗਾ, ਉਹ ਬੰਦਾ ਸਫਲ ਨਹੀਂ ਹੋਏਗਾ। ਕਲਾਸ ਦੇ ਅੰਦਰ ਇੱਕ ਅਧਿਆਪਕ ਪੜ੍ਹਾ ਰਿਹਾ ਹੈ, ਉਹਦੇ ਵਾਸਤੇ ਕੋਈ ਵੀ ਵਿਦਿਆਰਥੀ ਆਪਣਾ ਜਾਂ ਬੇਗਾਨਾ ਨਹੀਂ ਹੈ। ਸਾਰੇ ਵਿਦਿਆਰਥੀ ਉਹਦੇ ਆਪਣੇ ਨੇ। ਬਲੈਕ ਬੋਰਡ ਤੇ ਜਾਂ ਵਾਈਟ ਬੋਰਡ ਦੇ ਉੱਤੇ ਜੋ ਕੁਝ ਲਿਖ ਰਿਹਾ ਹੈ, ਉਹ ਇੱਕੋ ਹੀ ਚੀਜ਼ ਲਿਖ ਰਿਹਾ ਸਾਰਿਆਂ ਵਾਸਤੇ। ਇੱਕੋ ਹੀ ਉਹਦੀ ਆਵਾਜ਼, ਇੱਕ ਹੀ ਟੋਨ, ਇੱਕ ਹੀ ਸਮਝਾਉਣ ਦਾ ਢੰਗ ਹੈ। ਪਰ ਉਹਨਾਂ ਬੱਚਿਆਂ ਦੇ ਵਿੱਚੋਂ ਕੁਝ ਲੋਕ ਚੰਗੇ ਨੰਬਰ ਲੈ ਕੇ ਪਾਸ ਹੋ ਜਾਂਦੇ ਨੇ, ਕੁਝ ਫੇਲ ਹੋ ਜਾਂਦੇ ਨੇ। ਕਿਉਂ ਫੇਲ ਪਾਸ ਹੋ ਗਏ? ਕਿਉਂਕਿ ਕੁਝ ਬੱਚੇ ਨੇ ਜਿਨ੍ਹਾਂ ਨੇ ਅਧਿਆਪਕ ਦੀ ਗੱਲ ਨੂੰ ਧਿਆਨ ਨਾਲ ਸੁਣਿਆ, ਉਹਦੇ ਤੇ ਵਿਸ਼ਵਾਸ ਕੀਤਾ, ਅਮਲ ਕੀਤਾ, ਤੇ ਉਹ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋ ਗਏ। ਪਰ ਦੂਜੇ ਬੱਚੇ ਕੁਝ ਐਸੇ ਨੇ ਜੋ ਕਲਾਸ ਦੇ ਵਿੱਚ ਬੈਠੇ ਜ਼ਰੂਰ ਨੇ, ਸੁਣ ਜ਼ਰੂਰ ਰਹੇ ਨੇ, ਪਰ ਮਨ ਦੀ ਸੁਰਤੀ ਬਿਰਤੀ ਉੱਥੇ ਨਹੀਂ ਹੈ, ਧਿਆਨ ਕਿਤੇ ਹੋਰ ਹੈ। ਉਹਨਾਂ ਨੇ ਟੀਚਰ ਦੀ ਗੱਲ ਨੂੰ ਫੋਲੋ ਨਹੀਂ ਕੀਤਾ, ਉਹ ਬੱਚੇ ਫੇਲ ਹੋ ਗਏ। ਹੁਣ ਇਹਦੇ ਵਿੱਚ ਟੀਚਰ ਦਾ ਤਾਂ ਕੋਈ ਗੁਨਾਹ ਨਹੀਂ ਹੈ ਨਾ। ਹਾਂ, ਜੇ ਕੋਈ ਚੀਜ਼ ਨਹੀਂ ਸਮਝ ਆਈ, ਤੁਸੀਂ ਅਧਿਆਪਕ ਤੋਂ ਦੁਬਾਰਾ ਪੁੱਛੋ। ਜੇ ਉਹ ਨਾ ਦੱਸੇ ਤਾਂ ਉਹਦੀ ਗਲਤੀ ਹੈ। ਦੂਜੀ ਵਾਰੀ ਸਮਝ ਨਹੀਂ ਆਈ, ਤੀਜੀ ਵਾਰੀ ਪੁੱਛੋ, ਚੌਥੀ ਵਾਰੀ ਪੁੱਛੋ। ਜਦੋਂ ਅਸੀਂ ਸਕੂਲ ਪੜ੍ਹਦੇ ਹੁੰਦੇ ਸਾਂ ਤੇ ਸਾਡੇ ਜਿਹੜੇ ਟੀਚਰ ਨੇ ਉਹ ਕਹਿੰਦੇ ਸੀ ਵੀ ਜਿਹੜੀ ਚੀਜ਼ ਨਹੀਂ ਸਮਝ ਆਈ ਦੁਬਾਰਾ ਪੁੱਛੋ। ਤੀਜੀ ਵਾਰ ਬੜੇ ਪ੍ਰੇਮ ਨਾਲ ਸਮਝਾਉਂਦੇ ਸੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਹਮੇਸ਼ਾ ਹੀ ਦਇਆ ਕਰਦਾ ਹੈ, ਇੱਕੋ ਨਜ਼ਰ ਦੇ ਨਾਲ ਸਾਰਿਆਂ ਨੂੰ ਵੇਖਦਾ ਹੈ। ਲੇਕਿਨ ਜਿਹੜਾ ਸੁੱਖ ਹੈ, ਸਫਲਤਾ ਹੈ, ਉਹ ਮਨ ਦੀ ਭਾਵਨਾ ਕਰਕੇ ਹੋਣਾ ਹੈ, ਮਨ ਦੇ ਵਿਸ਼ਵਾਸ ਕਰਕੇ ਹੋਣਾ ਹੈ ਕਿ ਸਾਡਾ ਵਿਸ਼ਵਾਸ ਗੁਰੂ ਦੇ ਬਚਨਾਂ ਤੇ ਕਿੰਨਾ ਹੈ, ਅਸੀਂ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਿੰਨਾ ਕਰਦੇ ਹਾਂ, ਸਾਡੇ ਮਨ ਦੀ ਭਾਵਨਾ ਕੈਸੀ ਹੈ, ਪ੍ਰੀਤ ਕੈਸੀ ਹੈ, ਸ਼ਰਧਾ ਕੈਸੀ ਹੈ, ਵਿਸ਼ਵਾਸ ਕੈਸਾ ਹੈ। ਸਫਲਤਾ ਉਹਦੇ ਨਾਲ ਮਿਲਣੀ ਹੈ। ਗੁਰੂ ਸਾਰਿਆਂ ਨੂੰ ਹੀ ਸਫਲ ਕਰਨਾ ਚਾਹੁੰਦਾ ਹੈ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ। ਸਤਿਗੁਰ ਦੇ ਅੰਦਰ ਅੰਮ੍ਰਿਤ ਹੈ, ਸਤਿਗੁਰ ਦੀ ਸੋਚ ਵਿੱਚ ਅੰਮ੍ਰਿਤ ਹੈ। ਮ੍ਰਿਤ ਦਾ ਮਤਲਬ ਹੁੰਦਾ ਹੈ ਮੌਤ, ਤੇ ਅੰਮ੍ਰਿਤ ਦਾ ਮਤਲਬ ਹੁੰਦਾ ਹੈ ਜੀਵਨ। ਇੱਕ ਤੇ ਜ਼ਹਿਰ ਹੈ, ਜਿਹੜੀ ਚੀਜ਼ ਖਾਣ ਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ। ਇੱਕ ਚੀਜ਼ ਉਹ ਹੈ ਜਿਸ ਦੇ ਨਾਲ ਸਾਨੂੰ ਜੀਵਨ ਮਿਲਦਾ ਹੈ। ਹੁਣ ਕੁਝ ਕਰਮ ਐਸੇ ਨੇ ਜੋ ਕਰਮ ਕਰਨ ਦੇ ਨਾਲ ਬੰਦੇ ਦੀ ਇਨਸਾਨੀਅਤ ਅੰਦਰੋਂ ਮਰ ਜਾਂਦੀ ਹੈ, ਜ਼ਮੀਰ ਮਰ ਜਾਂਦੀ ਹੈ, ਆਤਮਿਕ ਮੌਤ ਹੋ ਜਾਂਦੀ ਹੈ। ਪਰ ਕੁਝ ਕਰਮ ਐਸੇ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਬੰਦਾ ਆਤਮਿਕ ਜ਼ਿੰਦਗੀ ਜੀਂਦਾ ਹੈ, ਇਨਸਾਨੀਅਤ ਵਾਲੀ ਜ਼ਿੰਦਗੀ ਜੀਂਦਾ ਹੈ। ਤਾਂ ਗੁਰੂ ਦੇ ਜੋ ਵਿਚਾਰ ਨੇ, ਗੁਰੂ ਦੀ ਜੋ ਸੋਚ ਹੈ, ਗੁਰੂ ਦੀ ਜੋ ਸੋਚ ਵਿੱਚ ਵਿਚਾਰ ਨੇ, ਉਹ ਸਾਰੇ ਆਤਮਿਕ ਜੀਵਨ ਦੇਣ ਵਾਲੇ ਨੇ, ਆਤਮਿਕ ਜੀਵਨ ਦੇਣ ਵਾਲੇ ਨੇ। ਗੁਰੂ ਦੇ ਅੰਦਰ ਅੰਮ੍ਰਿਤ ਹੈ, ਆਤਮਿਕ ਜੀਵਨ ਦੇਣ ਵਾਲੇ ਸਿਧਾਂਤ ਨੇ, ਸੋਚ ਹੈ। ਹਰ ਉੱਤਮ ਹਰ ਪਦ ਸੋਏ। ਹਰ ਪਦ ਦਾ ਮਤਲਬ ਹਰੀ ਦਾ ਮਿਲਾਪ, ਜਿਸ ਨਾਲ ਸਾਨੂੰ ਰੱਬ ਦੀ ਪਦਵੀ ਮਿਲ ਜਾਏ, ਉਹ ਵਿਚਾਰ ਨੇ। ਤੇ ਗੁਰੂ ਦੇ ਵਿਚਾਰ ਅਨੁਸਾਰ ਚੱਲਿਆ ਬੰਦੇ ਨੂੰ ਉਹ ਉੱਤਮ ਪਦਵੀ ਮਿਲ ਜਾਂਦੀ ਹੈ ਜੋ ਰੱਬ ਵਾਲੀ ਹੈ। ਯਾਨੀ ਬੰਦਾ ਰੱਬ ਵਰਗਾ ਹੋ ਜਾਂਦਾ ਹੈ ਜੇ ਗੁਰੂ ਦੀ ਅੰਮ੍ਰਿਤਮਈ ਸੋਚ ਨੂੰ ਅਪਣਾ ਲਵੇ। ਦੇਖੋ ਕਿੰਨਾ ਵੱਡਾ ਸਾਡੇ ਵਾਸਤੇ ਇੱਥੇ ਇੱਕ ਦਾਤ ਗੁਰੂ ਜੀ ਸਾਨੂੰ ਵੱਡੀ ਦੇ ਰਹੇ ਨੇ, ਔਰ ਸਾਨੂੰ ਕਿੰਨੀ ਵੱਡੀ ਪਦਵੀ ਮਿਲ ਸਕਦੀ ਹੈ। ਸਾਡਾ ਜੀਵਨ ਤੋਂ ਕੀ ਹੋ ਸਕਦਾ ਹੈ ਜੇ ਸਤਿਗੁਰੂ ਦੀ ਸੋਚ ਨੂੰ ਅਪਣਾ ਲਿਆ ਜਾਏ ਨਾ, ਤਾਂ ਬੰਦਾ ਰੱਬ ਵਰਗਾ ਹੋ ਜਾਂਦਾ ਹੈ। ਗੁਰੂ ਦੀ ਸੋਚ ਬੰਦੇ ਨੂੰ ਰੱਬ ਵਿੱਚ ਅਭੇਦ ਕਰ ਦਿੰਦੀ ਹੈ। ਅਸੀਂ ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾਣਾ ਹੈ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਅਪਣਾਉਣਾ ਹੈ, ਯਾਨੀ ਗਿਆਨ ਦੀ ਸਹੀ ਵਰਤੋਂ ਕਰਨੀ ਹੈ।
ਤਾਂ ਰੱਬ ਵਰਗੇ ਹੋ ਸਕਦੇ ਹਾਂ ਅਸੀਂ। ਨਾਨਕ ਇੱਥੇ ਰੁਕਣਾ ਹੈ ਥੋੜਾ। ਕਿਰਪਾ ਤੇ ਹਰ ਧਿਆਈਐ, ਗੁਰਮੁਖ ਪਾਵੈ ਕੋਈ। ਇਹ ਨਾਨਕ ਜੋ ਹਰੀ ਨੂੰ ਧਿਆਣਾ ਹੈ, ਧਿਆਣਾ ਦਾ ਮਤਲਬ ਧਿਆਨ ਧਰਨਾ, ਆਪਣੇ ਧਿਆਨ ਦੇ ਵਿੱਚ ਰੱਬ ਨੂੰ ਵਸਾਣਾ। ਹੁਣ ਇੱਥੇ ਧਿਆਨ ਵਿੱਚ ਰੱਬ ਨੂੰ ਵਸਾਉਣ ਦਾ ਮਤਲਬ ਇਹ ਨਹੀਂ ਕਿ ਸਵੇਰੇ ਕੋਈ ਅੱਧਾ ਘੰਟਾ ਸਮਾਧੀ ਲਾ ਲੈਣੀ ਹੈ। ਧਿਆਨ ਦੇ ਅੰਦਰ ਰੱਬ ਨੂੰ ਵਸਾਉਣ ਦਾ ਮਤਲਬ ਹੈ ਰੱਬੀ ਗੁਣਾਂ ਨੂੰ ਆਪਣੇ ਧਿਆਨ ਵਿੱਚ ਵਸਾ ਲੈਣਾ, ਸੋਚ ਵਿੱਚ, ਮੈਂਟੈਲਿਟੀ, ਮਾਨਸਿਕਤਾ ਦੇ ਅੰਦਰ। ਰੱਬ ਦੀ ਰਜ਼ਾ, ਰੱਬ ਦਾ ਭਾਣਾ, ਰੱਬੀ ਜਿਹੜੇ ਗੁਣ ਨੇ ਉਹ ਸਾਡੀ ਸੋਚ ਦੇ ਅੰਦਰ ਵਸ ਜਾਣ, ਸਾਡੀ ਸੁਰਤ ਵਿੱਚ ਵਸ ਜਾਣ, ਸਾਡੀ ਸੁਰਤ ਰੱਬੀ ਗੁਣਾਂ ਦੇ ਨਾਲ ਹਮੇਸ਼ਾ ਵਾਸਤੇ ਜੁੜ ਜਾਏ। ਇਹ ਚੀਜ਼ ਕਿਵੇਂ ਮਿਲੇਗੀ? ਕਿਰਪਾ ਦੇ ਨਾਲ, ਰਹਿਮਤ ਨਾਲ। ਤੇ ਉਹ ਕਿਰਪਾ ਕਿਵੇਂ ਹੋਏਗੀ? ਗੁਰਮੁਖ ਪਾਵੈ ਕੋਈ। ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਹੋਇਆ, ਗੁਰੂ ਦੀ ਸ਼ਰਨ ਵਿੱਚ ਜਾਣ ਦੇ ਨਾਲ ਕੋਈ ਵਿਰਲਾ ਇਸ ਕਿਰਪਾ ਦਾ ਪਾਤਰ ਬਣਦਾ। ਰੱਬੀ ਕਿਰਪਾ ਦੇ ਨਾਲ ਰੱਬੀ ਗੁਣ ਮਨ ਵਿੱਚ ਵਸਦੇ ਨੇ। ਤੇ ਉਹ ਕਿਰਪਾ ਸਾਨੂੰ ਕਿਵੇਂ ਮਿਲੇਗੀ? ਗੁਰਮੁਖ ਪਾਵੈ ਕੋਈ। ਗੁਰਮੁਖ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾ ਕੇ, ਗੁਰੂ ਦੀ ਮੱਤ ਨੂੰ ਅਪਣਾ ਕੇ ਕੋਈ ਵਿਰਲਾ ਇਸ ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੋ ਜਾਂਦਾ ਹੈ। ਤਾਂ ਜਦੋਂ ਅਸੀਂ ਗਹੁ ਦੇ ਨਾਲ ਗੁਰਬਾਣੀ ਨੂੰ ਪੜ੍ਹਦੇ ਵਿਚਾਰਦੇ ਹਾਂ ਨਾ, ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਸਾਨੂੰ ਇੱਕ ਵਿਚਾਰ ਤਾਂ ਬਿਲਕੁਲ ਸਾਫ਼ ਨਜ਼ਰੀ ਪੈ ਰਹੀ ਹੈ। ਹਰ ਸ਼ਬਦ ਦੇ ਅੰਦਰ ਗੁਰੂ ਦੀ ਗੱਲ ਕੀਤੀ ਜਾ ਰਹੀ ਹੈ ਕਿ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਹੀ ਜੀਵਨ ਦਾ ਇੱਕੋ ਇੱਕ ਰਸਤਾ ਹੈ। ਗੁਰੂ ਸਾਨੂੰ ਰੱਬੀ ਰਜ਼ਾ ਦੇ ਵਿੱਚ ਤੁਰਨ ਦੀ ਜਾਚ ਦੱਸਦਾ ਹੈ। ਗੁਰੂ ਮਤ ਅਨੁਸਾਰ ਜ਼ਿੰਦਗੀ ਜੀਣਾ ਹੀ ਸਫਲ ਜੀਵਨ ਦੀ ਨਿਸ਼ਾਨੀ ਹੈ। ਤੇ ਇਸ ਲਈ ਸਾਡੇ ਕੋਲ ਇੱਕ ਹੀ ਰਾਸਤਾ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ। ਫਿਰ ਰੱਬ ਦੀ ਇਹ ਸਿਫਤ ਸਲਾਹ ਸਾਡੀ ਜ਼ਿੰਦਗੀ ਦੇ ਅੰਦਰ ਇੱਕ ਨਵੀਂ ਹੈਰਾਨ ਕਰ ਦੇਣ ਵਾਲੀ ਤਬਦੀਲੀ ਲੈ ਆਉਂਦੀ ਹੈ। ਤਾਂ ਰੱਬ ਦੇ ਜੋ ਗੁਣ ਨੇ, ਰੱਬੀ ਗੁਣ, ਉਹ ਕਿਰਪਾ ਨਾਲ ਮਿਲਦੇ ਨੇ। ਤੇ ਕਿਰਪਾ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ ਮਿਲਦੀ ਹੈ। ਇਹਦਾ ਮਤਲਬ ਗੁਰਮਤ ਆਸ਼ੇ ਅਨੁਸਾਰ ਜੀਣਾ ਹੀ ਰੱਬ ਦੀ ਕਿਰਪਾ ਹੈ, ਗੁਰੂ ਦੀ ਕਿਰਪਾ ਹੈ। ਮਹਿਲਾ ਚੌਥਾ। ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਟੋਟਾ ਸੰਸਾਰ। ਹਉਮੈ ਮਾਇਆ, ਮਾਇਆ ਤੋਂ ਉਪਜੀ ਹੋਈ ਹਉਮੈ। ਬਿਖ ਦਾ ਮਤਲਬ ਬਿਖ, ਜ਼ਹਿਰ। ਟੋਟਾ ਦਾ ਮਤਲਬ ਘਾਟਾ। ਸੰਸਾਰ ਦਾ ਮਤਲਬ ਸੰਸਾਰ ਵਿੱਚ। ਜੇ ਮਾਇਆ ਤੋਂ ਉਪਜੀ ਹਉਮੈ ਦੇ ਅੰਦਰ ਬੰਦਾ ਲੱਗਾ ਰਹੇ ਤਾਂ ਇਹ ਹਉਮੈ ਨਿਰਾ ਜ਼ਹਿਰ ਦਾ ਕੰਮ ਕਰਦੀ ਹੈ, ਆਤਮਕ ਮੌਤ ਲਿਆਉਣ ਵਾਲਾ। ਹਉਮੈ ਜਿਹੜੀ ਮਾਇਆ ਤੋਂ ਪੈਦਾ ਹੋਈ ਹੈ। ਹੁਣ ਮਾਇਆ ਕੀ ਹੈ? ਇਹ ਗੱਲ ਤਾਂ ਅਸੀਂ ਸਾਰੇ ਵੀਰ ਭੈਣਾਂ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਮਾਇਆ ਪੈਸਾ ਔਰ ਔਰਤ ਨਹੀਂ, ਪ੍ਰੋਪਰਟੀ ਮਾਇਆ ਨਹੀਂ। ਮਾਇਆ ਸਾਡੀ ਇੱਕ ਸੋਚ ਹੈ, ਜੋ ਸੋਚ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਜਿਸ ਸੋਚ ਕਰਕੇ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਦੇ। ਜਿਹੜੀ ਸਾਡੀ ਸੋਚ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਜਿਹੜੀ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ ਆਪਣੇ ਪਰਾਏ ਦੇ, ਉਹ ਮਾਇਆ ਹੈ। ਤੇ ਇਸ ਮਾਇਆ ਤੋਂ ਪੈਦਾ ਹੋਈ ਹਉਮੈ ਕਿ ਮੈਂ ਇਹ ਕੰਮ ਕਰਦਾ, ਇਸ ਸੋਚ ਤੋਂ ਪੈਦਾ ਹੋਈ ਹਉਮੈ। ਇਸ ਸੋਚ ਦੇ ਵਿੱਚੋਂ ਦੋ ਤਰ੍ਹਾਂ ਦੀ ਹਉਮੈ ਪੈਦਾ ਹੋਏਗੀ, ਇਨਫੀਰੀਓਰਿਟੀ ਕੰਪਲੈਕਸ, ਸੁਪਰੀਓਰਿਟੀ ਕੰਪਲੈਕਸ। ਔਰ ਹਉਮੈ ਦਾ ਮਤਲਬ ਮੈਂ ਹਾਂ, ਆਪਣੀ ਵੱਖਰੀ ਪਛਾਣ। ਐਸੀ ਜਿਹੜੀ ਹਉਮੈ ਹੈ, ਐਸੀ ਜਿਹੜੀ ਈਗੋ ਹੈ, ਵੱਖਰੀ ਪਛਾਣ ਹੈ, ਸਭ ਬਿਖ ਹੈ। ਇਹ ਸਾਰੀ ਹਉਮੈ ਜਿਹੜੀ ਇਹ ਜ਼ਹਿਰ ਹੈ, ਆਤਮਕ ਮੌਤ ਲਿਆਉਣ ਵਾਲੀ ਹੈ। ਦੇਖੋ ਹੁਣ ਮੈਂ ਕਿਸੇ ਨਾਲ ਆਪਣੇ ਪਰਾਏ ਵਾਲੇ ਵਿਤਕਰਿਆਂ ਵਾਲੀ ਜ਼ਿੰਦਗੀ ਜੀਵਾਂ ਤਾਂ ਇਹਦਾ ਮਤਲਬ ਮੇਰੇ ਚੋਂ ਇਨਸਾਨੀਅਤ ਮਰ ਚੁੱਕੀ ਹੈ। ਮੈਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹਾਂ ਤਾਂ ਇਹਦਾ ਮਤਲਬ ਮੇਰੀ ਜ਼ਮੀਰ ਖਤਮ ਹੋ ਚੁੱਕੀ ਹੈ। ਮੈਂ ਤੁਹਾਡੇ ਨਾਲ ਰੱਬ ਤਰ੍ਹਾਂ ਪਿਆਰ ਸਤਿਕਾਰ ਨਹੀਂ ਕਰਦਾ ਤਾਂ ਇਹਦਾ ਮਤਲਬ ਮੇਰੀ ਮੌਤ ਹੋ ਚੁੱਕੀ ਹੈ। ਤੇ ਇਹ ਮੌਤ ਮੇਰੀ ਕਿਹਨੇ ਕੀਤੀ? ਮੇਰੇ ਵਿਚਾਰਾਂ ਨੇ, ਮੇਰੀ ਹਉਮੈ ਨੇ, ਮੇਰੀ ਸੋਚ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਜੋ ਸੋਚ ਹੈ ਉਹ ਨਿਰੀ ਜ਼ਹਿਰ ਹੈ, ਆਤਮਕ ਮੌਤ ਲਿਆਉਣ ਵਾਲੀ ਹੈ। ਨਿਤ ਜਗ ਟੋਟਾ ਸੰਸਾਰ। ਇਹਦੇ ਪਿੱਛੇ ਲੱਗਿਆ
ਜਗਤ ਦੇ ਅੰਦਰ ਨਿਤਾ ਪ੍ਰਤੀ ਘਾਟਾ ਹੀ ਘਾਟਾ ਪੈਂਦਾ ਹੈ। ਜਿਹੜੀ ਇਹ ਸੋਚ ਹੈ ਹਉਮੈ ਵਾਲੀ, ਜਿਹਦੀ ਵਿਚਾਰ ਆਪਾਂ ਕੀਤੀ ਹੈ, ਜੇ ਇਸ ਹਉਮੈ ਐਸੀ ਸੋਚ ਦੇ ਪਿੱਛੇ ਲੱਗਿਆ ਜਾਏ, ਐਸੀ ਜ਼ਿੰਦਗੀ ਜੀਵੀ ਜਾਏ, ਤਾਂ ਜਗਤ ਦੇ ਅੰਦਰ ਨਿਤਾ ਪ੍ਰਤੀ ਘਾਟਾ ਪੈਂਦਾ ਹੈ। ਕਿਹੜਾ ਘਾਟਾ ਪੈ ਰਿਹਾ ਹੈ? ਦੇਖੋ, ਜੇ ਅਸੀਂ ਝੂਠ ਵਿੱਚ ਲੱਗ ਗਏ ਤੇ ਸੱਚ ਵਾਲਾ ਘਾਟਾ ਪੈ ਗਿਆ ਨਾ, ਸਾਡੀ ਜ਼ਿੰਦਗੀ ਤੋਂ ਸੱਚ ਖਤਮ ਹੋ ਜਾਏਗਾ, ਦਇਆ ਖਤਮ ਹੋ ਗਈ, ਨਿਰਭੈਤਾ ਖਤਮ ਹੋ ਗਈ, ਨਿਰਵੈਰਤਾ ਖਤਮ ਹੋ ਗਈ, ਪ੍ਰਸੰਨਤਾ ਚਲੀ ਗਈ, ਚੜ੍ਹਦੀ ਕਲਾ ਚਲੀ ਗਈ, ਖੁਸ਼ੀਆਂ ਚਲੀਆਂ ਗਈਆਂ। ਕਿਹੜਾ ਵੱਡਾ ਘਾਟਾ ਪਿਆ। ਹੀਰਿਆਂ ਵਰਗੇ ਗੁਣ ਛੱਡ ਕੇ ਕੌਡੀਆਂ ਵਰਗੇ ਔਗਣਾਂ ਦੇ ਵਿੱਚ ਅਸੀਂ ਰੁਲ ਗਏ। ਇਨਸਾਨੀਅਤ ਦੀ ਜਗ੍ਹਾ ਤੇ ਸਾਡੇ ਅੰਦਰ ਹੈਵਾਨੀਅਤ ਪੈਦਾ ਹੋ ਗਈ। ਤਾਂ ਗੁਰੂ ਜੀ ਕਹਿੰਦੇ ਨੇ, ਐਸੀ ਹਉਮੈ, ਐਸੀ ਜ਼ਹਿਰੀਲੀ ਸੋਚ ਪਿੱਛੇ ਲੱਗਿਆ ਜੀਵਨ ਦੇ ਅੰਦਰ ਨਿਤਾ ਪ੍ਰਤੀ ਘਾਟਾ ਹੀ ਘਾਟਾ ਪੈਂਦਾ ਹੈ। ਉਹਦਾ ਕੋਈ ਲਾਭ ਨਹੀਂ ਹੁੰਦਾ, ਨਾ ਆਪਣੇ ਆਪ ਨੂੰ, ਨਾ ਪਰਿਵਾਰ ਨੂੰ, ਨਾ ਸੰਸਾਰ ਔਰ ਸਮਾਜ ਨੂੰ। ਹੁਣ ਲਾਹਾ ਕੌਣ ਖੱਟਦੇ ਨੇ? ਗੁਰੂ ਜੀ ਕਹਿੰਦੇ ਨੇ, ਲਾਹਾ ਹਰ ਤਨ ਖੱਟਿਆ, ਗੁਰਮੁਖ ਸ਼ਬਦ ਵਿਚਾਰ। ਹਰ ਤਨ ਦਾ ਮਤਲਬ ਹਰੀ ਦਾ ਧਨ, ਰੱਬੀ ਗੁਣ। ਨਾਮ ਧਨ ਜਾਂ ਹਰ ਤਨ ਕੀ ਹੈ? ਰੱਬੀ ਗੁਣਾਂ ਦਾ ਖਜ਼ਾਨਾ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਹ ਸ਼ੁਭ ਗੁਣ ਜਿਹੜੇ ਨੇ, ਇਨਸਾਨੀਅਤ ਹੈ, ਇਹ ਸਾਰੇ ਦੇ ਸਾਰੇ ਸ਼ੁਭ ਗੁਣ ਜਿਹੜੇ ਨੇ, ਇਹੀ ਹਰੀ ਧਨ ਦਾ ਖਜ਼ਾਨਾ ਹੈ, ਇਹੀ ਹਰੀ ਧਨ ਹੈ, ਇਹੀ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ। ਤੇ ਖੱਟਿਆ ਦਾ ਮਤਲਬ ਖੱਟਿਆ, ਲਾਭ ਲਿਆ, ਇਕੱਠਾ ਕੀਤਾ। ਇਹ ਧਨ ਕਿਹਨਾਂ ਨੇ ਖੱਟਿਆ? ਕਿਹਨਾਂ ਨੇ ਵਿਹਜ, ਕਿਹਨਾਂ ਨੇ ਸੰਚਿਤ ਕੀਤਾ ਹੈ? ਇਹ ਗੁਣ ਕਿਹਨਾਂ ਦੇ ਅੰਦਰ ਵਸੇ ਨੇ? ਗੁਰਮੁਖ ਸ਼ਬਦ ਵਿਚਾਰ। ਗੁਰੂ ਦੇ ਸਨਮੁਖ ਰਹਿ ਕੇ, ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਨੀ ਰਹਿ ਕੇ। ਸ਼ਬਦ ਵਿਚਾਰ, ਵਿਚਾਰ ਦੇ ਰਾਰੇ ਨਾਲ ਸਿਹਾਰੀ ਹੈ, ਵਿਚਾਰ ਦੁਆਰਾ, ਸ਼ਬਦ ਦੀ ਵਿਚਾਰ ਦੁਆਰਾ, ਗੁਰੂ ਗਿਆਨ ਦੀ ਵਿਚਾਰ ਦੁਆਰਾ, ਗੁਰੂ ਦੇ ਸ਼ਰਨੀ ਰਹਿ ਕੇ ਇਹ ਲਾਭ ਖੱਟਿਆ ਜਾ ਸਕਦਾ ਹੈ। ਹੁਣ ਦੇਖੋ, ਗੁਰੂ ਦੀ ਸ਼ਰਨੀ ਰਹਿਣਾ ਔਰ ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਇਹ ਲਾਹਾ ਖੱਟਿਆ ਜਾ ਸਕਦਾ ਹੈ। ਜੇ ਸਿੱਖ ਜਗਤ ਇਸ ਪਾਸੇ ਧਿਆਨ ਦਿੰਦਾ, ਅਸੀਂ ਖੁਦ ਵੀ, ਆਪਣੇ ਸਾਡੇ ਭੈਣ ਭਰਾ ਵੀ, ਅੜੋਸ ਪੜੋਸ, ਚੌਗਿਰਦਾ, ਸਾਡੇ ਬੱਚੇ, ਜੇ ਅਸੀਂ ਸ਼ਬਦ ਦੀ ਵਿਚਾਰ ਦਾ ਲਾਹਾ ਖੱਟਦੇ, ਸ਼ਬਦ ਵਿਚਾਰ ਕੇ ਆਪਣੀ ਜ਼ਿੰਦਗੀ ਜੀਂਦੇ, ਤਾਂ ਸਾਡੇ ਜੀਵਨ ਵਿੱਚ ਸਾਨੂੰ ਲਾਭ ਮਿਲਣਾ ਸੀ, ਸੁੱਖ ਮਿਲਣਾ ਸੀ, ਸ਼ਾਂਤੀ ਮਿਲਣੀ ਸੀ। ਲੇਕਿਨ ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ, ਸ਼ਬਦ ਦੀ ਵਿਚਾਰ ਕੀਤੀ ਨਹੀਂ, ਅਸੀਂ ਖੁਦ ਕਰਨੀ ਸੀ। ਜਿਹੜਾ ਵਿਚਾਰੇਗਾ ਉਹ ਹੀ ਲਾਹਾ ਖੱਟੇਗਾ ਨਾ। ਹੁਣ ਦੇਖੋ, ਮੈਂ ਸ਼ਬਦ ਦੀ ਵਿਚਾਰ ਕਰ ਰਿਹਾ ਹਾਂ, ਹੋ ਸਕਦਾ ਹੈ ਮੈਂ ਤੁਹਾਨੂੰ ਮਿਸਗਾਈਡ ਕਰ ਦਿਆਂ, ਪੋਸੀਬਿਲਿਟੀ ਹੈ ਨਾ, ਕਿਉਂਕਿ ਜਿੰਨੀ ਮੇਰੀ ਮੱਤ ਹੈ ਮੈਂ ਤੇ ਉਸ ਤਰ੍ਹਾਂ ਹੀ ਕਰਾਂਗਾ। ਹੋ ਸਕਦਾ ਹੈ ਮੈਂ ਇਮੋਸ਼ਨਲ ਬਲੈਕਮੇਲਰ ਹਾਂ ਤੇ ਮੈਂ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰਾਂ, ਗਲਤ ਰਾਸਤੇ ਤੇ ਪਾ ਦਿਆਂ, ਤਾਂ ਪ੍ਰੋਬਲਮ ਕ੍ਰੀਏਟ ਹੋ ਜਾਏਗੀ ਨਾ। ਇਸ ਲਈ ਗੁਰ ਸ਼ਬਦ ਨੂੰ ਵਿਚਾਰ ਕੇ ਲਾਹਾ ਖੱਟਣਾ ਸੀ। ਤੇ ਜੇ ਹਰ ਸਿੱਖ ਬਾਣੀ ਨਾਲ ਜੁੜਦਾ ਨਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਦਿੱਤੀ ਹੈ, ਤਾਂ ਇਹਦਾ ਮਤਲਬ ਹਰ ਸਿੱਖ ਨੇ ਡਾਇਰੈਕਟ ਗੁਰੂ ਦੇ ਨਾਲ ਜੁੜਨਾ ਹੈ। ਗੁਰੂ ਦੇ ਔਰ ਸਿੱਖ ਦੇ ਵਿਚਕਾਰ ਕੋਈ ਵਿਚੋਲਾ ਨਹੀਂ ਹੈ, ਗੁਰੂ ਦੇ ਨਾਲ ਡਾਇਰੈਕਟ ਅਸਾਂ ਜੁੜਨਾ ਸੀ। ਤੇ ਡਾਇਰੈਕਟ ਜੁੜਨ ਦਾ ਮਤਲਬ ਹੀ ਇਹ ਹੈ ਕਿ ਅਸੀਂ ਪਾਠ ਆਪ ਕਰੀਏ, ਅਰਥ ਭਾਵਾਂ ਨੂੰ ਆਪ ਪੜ੍ਹੀਏ ਔਰ ਗੁਰਬਾਣੀ ਮੁਤਾਬਕ ਆਪ ਜ਼ਿੰਦਗੀ ਜੀਵੀਏ, ਫਿਰ ਇਹ ਲਾਹਾ ਮਿਲ ਸਕਦਾ ਹੈ। ਤਾਂ ਗੁਰੂ ਦੇ ਸ਼ਬਦ ਰਾਹੀਂ, ਗੁਰੂ ਸ਼ਬਦ ਦੀ ਵਿਚਾਰ ਰਾਹੀਂ, ਗੁਰੂ ਦੇ ਸ਼ਰਨੀ ਪੈ ਕੇ ਗੁਰਮੁਖਾਂ ਨੇ ਇਹ ਨਾਮ ਧਨ, ਰੱਬੀ ਗੁਣਾਂ ਦਾ ਜਿਹੜਾ ਲਾਹਾ ਹੈ ਉਹ ਖੱਟਿਆ ਹੈ, ਗੁਣ ਵਿਹਾਜੇ ਹਨ, ਐਸੀ ਸੁੰਦਰ ਜ਼ਿੰਦਗੀ ਜੀਵੀ ਹੈ। ਤੇ ਇਹਦੇ ਨਾਲ ਕੀ ਹੁੰਦਾ ਹੈ? ਹਉਮੈ ਮੈਲ ਬਿਖ ਉਤਰੈ। ਜੋ ਹਉਮੈ ਦੀ ਮੈਲ ਹੈ, ਔਰ ਬਿਖ ਦਾ ਮਤਲਬ ਜ਼ਹਿਰ ਹੈ, ਹਉਮੈ ਦੀ ਮੈਲ ਨਿਰੀ ਜ਼ਹਿਰ ਹੈ, ਔਰ ਇਹ ਜ਼ਹਿਰ ਆਤਮਿਕ ਮੌਤ ਲਿਆਉਣ ਵਾਲੀ ਹੈ। ਇਹ ਹਉਮੈ ਹੀ ਸਾਨੂੰ ਇੱਕ ਦੂਜੇ ਤੋਂ ਦੂਰ ਕਰਦੀ ਹੈ। ਮੇਰੀ ਈਗੋ ਹੀ ਤੁਹਾਡੇ ਤੋਂ ਦੂਰ ਮੈਨੂੰ ਲੈ ਜਾਂਦੀ ਹੈ, ਤੁਹਾਡੀ ਈਗੋ ਹੀ ਤੁਹਾਨੂੰ ਇੱਕ ਦੂਜੇ ਤੋਂ ਦੂਰ ਕਰ ਦਿੰਦੀ ਹੈ, ਸਾਡੀ ਈਗੋ ਹੀ ਸਾਨੂੰ ਰੱਬ ਨਾਲੋਂ ਤੋੜ ਦਿੰਦੀ ਹੈ। ਕਿਉਂਕਿ ਹਉਮੈ ਹੈ ਹੀ ਇਹ ਕਿ ਰੱਬ ਤੋਂ ਆਪਣੀ ਵੱਖਰੀ ਹੋਂਦ ਮੰਨ ਲੈਣੀ। ਹਉਮੈ ਇਹ ਜਾਤ ਹੈ, ਹਉਮੈ ਇਹ ਜਾਤ ਹੈ ਦਾ ਮਤਲਬ ਰੱਬ ਨਾਲੋਂ
ਆਪਣੀ ਹਸਤੀ ਵੱਖਰੀ ਕਰ ਲੈਣੀ, ਇਹੀ ਹਉਮੈ ਹੈ। ਤੇ ਇਥੋਂ ਹੀ ਜ਼ਹਿਰ ਸ਼ੁਰੂ ਹੋ ਜਾਂਦੀ ਹੈ। ਜਦੋਂ ਮੈਂ ਰੱਬ ਨਾਲੋਂ ਵੱਖਰਾ ਆਪਣੇ ਆਪ ਨੂੰ ਮੰਨ ਲਿਆ ਤੇ ਫਿਰ ਸਾਰੀ ਜ਼ਹਿਰ ਮੇਰੇ ਅੰਦਰ ਆ ਗਈ, ਜ਼ਹਿਰੀਲੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਜਿੱਥੇ ਫਿਰ ਹਉਮੈ ਹੈ ਉੱਥੇ ਰੱਬ ਨਹੀਂ, ਜਿੱਥੇ ਰੱਬ ਹੈ ਉੱਥੇ ਹਉਮੈ ਨਹੀਂ, ਕਿਉਂਕਿ ਜਿੱਥੇ ਚਾਨਣ ਹੈ ਉੱਥੇ ਹਨੇਰਾ ਨਹੀਂ ਹੈ, ਜਿੱਥੇ ਹਨੇਰਾ ਹੈ ਉੱਥੇ ਚਾਨਣ ਨਹੀਂ ਹੈ। ਇਹ ਹਉਮੈ ਦੇ ਜੋ ਬੇਸ ਨੂੰ ਬਣਾ ਕੇ ਕੀਤੇ ਕਰਮ ਨੇ, ਉਹ ਸਾਰੇ ਦੇ ਸਾਰੇ ਹੀ ਬੰਦੇ ਨੂੰ ਗਰਤ ਦੇ ਵਿੱਚ ਲੈ ਜਾਣ ਵਾਲੇ ਹੁੰਦੇ ਨੇ। ਅਹੰਗ ਬੁੱਧ ਕਰਮ ਕਮਾਮ ਨੇ, ਗ੍ਰਹਿ ਬਾਲੂ ਨੀਰ ਬਹਾਮ ਨੇ। ਜਦੋਂ ਹੰਕਾਰ ਭਰੀ ਬੁੱਧੀ ਦੇ ਨਾਲ ਬੰਦਾ ਵਿਖਾਵੇ ਦੇ ਕਰਮ ਕਰਦਾ ਹੈ ਤੇ ਉਹ ਕਰਮ ਉਹਦੇ ਇੰਜ ਹੁੰਦੇ ਨੇ ਜਿਵੇਂ ਨਿੱਕੇ ਨਿੱਕੇ ਬੱਚੇ ਰੇਤੇ ਦੇ ਘਰ ਨਹੀਂ ਬਣਾਉਂਦੇ ਸੀ ਇੰਡੀਆ, ਰੇਤੇ ਗਿੱਲੇ ਵਿੱਚ ਪੈਰ ਫਸਾ ਕੇ ਤੇ ਘਰ ਬਣਾ ਲੈਂਦੇ ਸਨ ਤੇ ਪੈਰ ਬਾਹਰ ਕੱਢ ਲਈਦਾ ਸੀ। ਹੁਣ ਉਹ ਘਰ ਕਿੰਨਾ ਕੁ ਪਾਣੀ ਦੇ ਹੜ੍ਹ ਦੇ ਵਿੱਚ ਰੁਕ ਸਕਦੇ ਨੇ, ਨਾਲ ਦੇ ਨਾਲ ਹੀ ਉਹ ਢਹਿ ਜਾਂਦੇ ਸੀ। ਗੁਰੂ ਜੀ ਕਹਿੰਦੇ ਨੇ ਹੰਕਾਰ ਭਰੀ ਬੁੱਧੀ ਦੇ ਨਾਲ ਕੀਤੇ ਹੋਏ ਜੋ ਕਰਮ ਨੇ ਉਹ ਬਾਲੂ ਦੇ ਰੇਤੇ ਦੇ ਘਰਾਂ ਦੀ ਤਰ੍ਹਾਂ ਨੇ, ਜਿਹੜੇ ਪਾਣੀ ਦੇ ਵਿੱਚ ਰੁੜ ਜਾਂਦੇ ਨੇ। ਇਸ ਲਈ ਇਹ ਹਉਮੈ ਜ਼ਹਿਰ ਹੈ ਤੇ ਇਹ ਜ਼ਹਿਰ ਉਤਰ ਸਕਦੀ ਹੈ, ਖਤਮ ਹੋ ਸਕਦੀ ਹੈ। ਕਿਵੇਂ? ਹਰ ਅੰਮ੍ਰਿਤ ਹਰ ਉਰਤਾਰ। ਜੇ ਪ੍ਰਭੂ ਦੇ ਨਾਮ ਅੰਮ੍ਰਿਤ ਨੂੰ, ਰੱਬੀ ਗੁਣਾਂ ਨੂੰ, ਉਰਤਾਰ ਦਾ ਮਤਲਬ ਹਿਰਦੇ ਵਿੱਚ ਧਾਰਨ ਕੀਤਾ ਜਾਏ, ਆਪਣੀ ਸੋਚ ਅੰਦਰ ਵਸਾ ਲਿਆ ਜਾਏ, ਤਾਂ ਹਉਮੈ ਦੀ ਜਿਹੜੀ ਜ਼ਹਿਰ ਹੈ ਉਹ ਉਤਰ ਸਕਦੀ ਹੈ। ਸਿੰਪਲ ਗੱਲ ਹੈ, ਸੌਖੀ ਗੱਲ ਹੈ ਕਿ ਅਸੀਂ ਗੁਰੂ ਦੀ ਗੱਲ ਜੇ ਮੰਨ ਲਈਏ ਤਾਂ ਹਉਮੈ ਖਤਮ। ਸੱਚ ਦੇ ਧਾਰਨੀ ਹੋ ਜਾਈਏ ਗੁਰੂ ਦੇ ਬਚਨਾਂ ਨੂੰ ਮੰਨ ਕੇ, ਹਉਮੈ ਖਤਮ। ਅੰਦਰ ਆਤਮਿਕ ਜੀਵਨ ਦੇ ਨਾਲ ਫੁਹਾਰੇ ਸ਼ੁਰੂ ਹੋ ਜਾਣੇ ਨੇ। ਆਪਣੇ ਇੱਥੇ ਯੂਕੇ ਵਿੱਚ ਜਾਂ ਤੁਹਾਡੇ ਕੈਨੇਡਾ ਵਿੱਚ ਟੂਟੀਆਂ ਨੇ ਨਾ, ਖੱਬੇ ਪਾਸੇ ਕਰੋ ਤੇ ਗਰਮ ਪਾਣੀ ਤੇ ਸੱਜੇ ਪਾਸੇ ਕਰੋ ਤੇ ਠੰਡਾ ਪਾਣੀ, ਸਾਈਡ ਹੀ ਥੋੜੀ ਘੁਮਾਣੀ ਹੈ ਨਾ। ਇਸੇ ਤਰ੍ਹਾਂ ਹਉਮੈ ਦੇ ਨਾਲ ਜੁੜੋ ਤੇ ਜ਼ਹਿਰ ਗੁਰੂ ਦੇ ਨਾਲ ਜੁੜ ਜਾਓ, ਅੰਮ੍ਰਿਤ। ਐਨੀ ਕੀ ਗੱਲ ਹੈ, ਸੋਚ ਹੀ ਚੇਂਜ ਕਰਨੀ ਹੈ, ਡਾਇਰੈਕਸ਼ਨ ਚੇਂਜ ਕਰਨੀ। ਤਾਂ ਜੇ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਅੰਦਰ, ਸੋਚ ਅੰਦਰ ਧਾਰਨ ਕੀਤਾ ਜਾਏ ਤਾਂ ਇਹ ਹਉਮੈ ਦੀ ਮੈਲ ਜਿਹੜੀ ਜ਼ਹਿਰ ਹੈ ਉਤਰ ਸਕਦੀ ਹੈ, ਆਤਮਿਕ ਮੌਤ ਖਤਮ ਹੋ ਸਕਦੀ ਹੈ, ਆਤਮਿਕ ਮੌਤ ਲਿਆਉਣ ਵਾਲੇ ਕਰਮ ਮੁੱਕ ਸਕਦੇ ਹਨ। ਸਭ ਕਾਰਜ ਤਿਨ ਕੇ ਸਿੱਧ ਹੈ, ਇਹ ਜੋ ਹੈ ਲਿਖਿਆ ਨਾ, ਹਾਹਾ ਫਿਰ ਅਗਲੇ ਹਾਹੇ ਨਾਲ ਸਿਹਾਰੀ, ਇਹਨੂੰ ਪੜਨਾ ਹੈ। ਜਿਵੇਂ ਹਾਹੇ ਦੇ ਉੱਤੇ ਦਲਾਵਾਂ ਹੋਣ ਤੇ ਬਿੰਦੀ ਲੱਗੀ ਹੋਵੇ, ਹੈ। ਸਭ ਕਾਰਜ ਤਿਨ ਕੇ ਸਿੱਧ ਹੈ, ਕਿਉਂਕਿ ਸਭ ਕਾਰਜ ਇਹ ਬਹੁਵਚਨੀ ਸ਼ਬਦ ਹੈ। ਇਸ ਕਰਕੇ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਸਿੱਧ ਦਾ ਮਤਲਬ ਸਫਲ। ਉਹਨਾਂ ਦੇ ਸਾਰੇ ਕਾਰਜ ਸਫਲ ਨੇ। ਦੇਖੋ ਸਫਲ ਔਰ ਅਫਲ ਕੀ ਹੈ, ਇਸ ਚੀਜ਼ ਨੂੰ ਤੁਸੀਂ ਆਰਾਮ ਦੇ ਨਾਲ ਸਮਝ ਜਾਓਗੇ। ਇੰਡੀਆ ਵਿੱਚ ਨਾ ਜਦੋਂ ਰਹਿੰਦੇ ਆ ਫਸਲ ਬੀਜੀ ਦੀ ਹੈ ਤੇ ਕਈ ਵਾਰ ਜਿਹੜੀ ਨਿਆਈ ਦੀਆਂ ਪੈਲੀਆਂ ਹੁੰਦੀਆਂ ਨਾ ਪਿੰਡਾਂ ਦੇ ਲਾਗੇ ਵਾਲੀਆਂ, ਉਹਨਾਂ ਵਿੱਚ ਝੋਨਾ ਬੀਜਿਆ ਜਾਏ ਜਾਂ ਕੋਈ ਸ਼ਹਿਦ, ਤੇ ਉਹ ਬਹੁਤ ਜ਼ਿਆਦਾ ਵੱਧ ਜਾਂਦੀ, ਉੱਚੀ ਵੱਧ ਜ਼ਿਆਦਾ ਜਾਂਦੀ ਹੈ। ਉਹਨੂੰ ਫਲੀਆਂ ਲੱਗਦੀਆਂ ਨੇ ਪਰ ਉਹਨਾਂ ਫਲੀਆਂ ਵਿੱਚ ਬੀਜ ਨਹੀਂ ਪੈਂਦੇ। ਉਹਨੂੰ ਕਹਿੰਦੇ ਨੇ ਫਸਲ ਅਫਲ ਗਈ, ਵਧੀ ਫੁੱਲੀ ਬੜੀ ਹਰੀ ਹੈ, ਲੰਬਾਈ ਬੜੀ ਹੋ ਗਈ ਪਰ ਵਿੱਚ ਬੀਜ ਨਹੀਂ ਪਏ, ਉਹਨੂੰ ਕਹਿੰਦੇ ਨੇ ਅਫਲ ਜਾਣਾ। ਜਿਵੇਂ ਬੁਆੜ ਤਿਲਾਂ ਦੇ ਬੀਜ ਉੱਗੇ, ਪੇੜ ਵੀ ਬਣੇ, ਪੱਤੀਆਂ ਵੀ ਲੱਗੀਆਂ, ਫੁੱਲ ਵੀ ਲੱਗੇ, ਫਲੀਆਂ ਵੀ ਲੱਗੀਆਂ, ਪਰ ਉਹਨਾਂ ਫਲੀਆਂ ਦੇ ਅੰਦਰ ਬੀਜ ਨਹੀਂ, ਛੁੱਟੇ ਤਿਲ ਬੁਆੜ ਜਿਉਂ। ਇਸੇ ਤਰ੍ਹਾਂ ਕਾਰਜ ਸਫਲ ਕਿਹੜਾ ਹੁੰਦਾ ਹੈ? ਸਫਲ ਕਾਰਜ ਉਸ ਨੂੰ ਕਹਿੰਦੇ ਨੇ ਕਿ ਜਿਸ ਵਾਸਤੇ ਕੰਮ ਕੀਤਾ ਜਾਏ ਉਹਦਾ ਰਿਜ਼ਲਟ ਵੀ ਉਹੀ ਨਿਕਲੇ। ਫਿਰ ਸਮਝ ਲਓ ਕਾਰਜ ਸਫਲ ਹੈ। ਤੇ ਜਿਸ ਵਾਸਤੇ ਕੰਮ ਕੀਤਾ ਗਿਆ, ਜੇ ਉਹਦਾ ਰਿਜ਼ਲਟ ਉਹ ਨਹੀਂ ਨਿਕਲਿਆ ਤੇ ਕਾਰਜ ਅਫਲ ਗਿਆ, ਬੇਕਾਰ ਗਿਆ। ਮੰਨ ਲਓ ਕੋਈ ਦੁਕਾਨ ਖੋਲੀ ਗਰੋਸਰੀ ਆਦਿਕ ਦੀ, ਤੇ ਦੁਕਾਨ ਖੋਲੀ ਕਿਉਂ? ਇਸ ਕਰਕੇ ਇਹ ਮਕਸਦ ਲੈ ਕੇ ਕਿ ਇੱਥੋਂ ਸਾਨੂੰ ਲਾਭ ਹੋਏਗਾ, ਸਾਨੂੰ ਪੈਸੇ ਦੀ ਇਨਕਮ ਹੋਏਗੀ, ਇਹਦੇ ਨਾਲ ਅਸੀਂ ਆਪਣਾ ਘਰ ਪਰਿਵਾਰ ਚਲਾਵਾਂਗੇ। ਮੰਨ ਲਓ ਅਸੀਂ 10,000 ਪਾਉਂਡ ਲਗਾ ਦਿੱਤਾ, ਦੁਕਾਨ ਚੱਲੀ ਨਹੀਂ ਜਾਂ ਕਿਸੇ ਕਾਰਨ ਕਰਕੇ ਫੇਲ ਹੋ ਗਈ ਤੇ 10,000 ਦੇ ਵਿੱਚੋਂ ਸਾਡਾ 8,000 ਦਾ ਨੁਕਸਾਨ ਹੋ ਗਿਆ, 2,000 ਔਖੇ ਸੌਖੇ ਹੋ ਕੇ ਕੱਢ ਕੁੱਟ ਲੈ ਕਿਸ ਤਰ੍ਹਾਂ, ਤਾਂ ਕਾਰਜ ਅਫਲ ਹੋ ਗਿਆ। ਕਾਰਜ ਕੀਤਾ ਸਹੀ
लेकिन जिस वास्ते कीता सी ਉਹ ਚੀਜ਼ ਨਹੀਂ ਮਿਲੀ, ਉਹਨੂੰ ਕਹਿੰਦੇ ਨੇ ਅਫਲ ਜ਼ਾਦਾ। ਹੁਣ ਇਹ ਚੀਜ਼ ਨੂੰ ਸਮਝੀਏ, ਅਸੀਂ ਇਹ ਜ਼ਿੰਦਗੀ ਕਿਉਂ ਜੀ ਰਹੇ ਹਾਂ? ਅਸੀਂ ਵਿਆਹ ਕਰਾਇਆ ਹੈ, ਬੱਚਿਆਂ ਨੂੰ ਜਨਮ ਦਿੱਤਾ ਹੈ, ਘਰ ਬਣਾਏ ਨੇ, ਦੁਕਾਨਾਂ ਚਲਾ ਰਹੇ ਹਾਂ ਜਾਂ ਫੈਕਟਰੀਆਂ ਕਾਰਖਾਨੇ ਚਲਾ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ। ਸਾਡੇ ਰਿਸ਼ਤੇ ਨਾਤੇ ਨੇ, ਆਪਸੀ ਸੰਬੰਧ ਨੇ, ਇਹ ਕਿਉਂ ਨੇ? ਇਸ ਕਰਕੇ ਨਾ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ, ਸਾਡੇ ਜੀਵਨ ਵਿੱਚ ਚੜ੍ਹਦੀ ਕਲਾ ਆਵੇ, ਸਾਡਾ ਜੀਵਨ ਪਿਆਰ ਦੇ ਨਾਲ ਬੀਤੇ। ਤਾਂ ਮੇਨ ਚੀਜ਼ਾਂ ਨੇ ਸਾਡੀਆਂ ਕਿ ਸਾਨੂੰ ਖੁਸ਼ੀ ਮਿਲੇ, ਇੱਜ਼ਤ ਮਾਨ ਮਿਲੇ ਔਰ ਅਸੀਂ ਮੁਕਤ ਹੋ ਜਾਈਏ। ਤੇ ਜੇ ਤਿੰਨੇ ਹੀ ਚੀਜ਼ਾਂ ਨਹੀਂ ਮਿਲੀਆਂ ਸਾਡੇ ਜੀਵਨ ਚੋਂ, ਕੰਮ ਤੇ ਅਸੀਂ ਕਰਦੇ ਰਹੇ ਲੇਕਿਨ ਇਹ ਫਲ ਨਹੀਂ ਮਿਲਿਆ ਜਿਸ ਵਾਸਤੇ ਕੀਤਾ, ਤਾਂ ਕਾਰਜ ਬੇਕਾਰ ਗਿਆ ਨਾ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ ਉਹ ਇਨਸਾਨ, ਉਹਨਾਂ ਦੇ ਸਾਰੇ ਕਾਰਜਾਂ ਦੇ ਵਿੱਚੋਂ ਸੁਖ ਉਪਜਦਾ ਹੈ, ਉਹਨਾਂ ਦਾ ਹਰ ਕਾਰਜ ਇੱਜ਼ਤ ਮਾਣ ਪੈਦਾ ਕਰਦਾ ਹੈ, ਉਹਨਾਂ ਦੇ ਹਰ ਕਾਰਜ ਵਿੱਚੋਂ ਮੁਕਤੀ ਮਿਲਦੀ ਹੈ। ਕਿੰਨਾਂ ਨੂੰ? ਜਿਨ ਗੁਰਮੁਖ ਕਿਰਪਾ ਧਾਰ, ਜਿਨ੍ਹਾਂ ਗੁਰਮੁਖਾਂ ਤੇ ਕਿਰਪਾ ਹੁੰਦੀ ਹੈ, ਜੋ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ, ਜੋ ਗੁਰੂ ਅਨੁਸਾਰ ਜ਼ਿੰਦਗੀ ਜੀਂਦੇ ਨੇ, ਜੋ ਗਿਆਨ ਦੀ ਸਹੀ ਵਰਤੋਂ ਕਰਦੇ ਨੇ, ਉਹਨਾਂ ਦਾ ਹਰ ਕਾਰਜ ਹੀ ਸਫਲ ਹੁੰਦਾ ਹੈ। ਉਹਨਾਂ ਦੀ ਬੋਲ ਬਾਣੀ ਚੋਂ ਵੀ ਸੁਖ ਪੈਦਾ ਹੋਏਗਾ, ਉਹਨਾਂ ਦੇ ਤੱਕਣੇ ਵਿੱਚੋਂ ਵੀ ਸੁਖ ਹੋਏਗਾ, ਉਹਨਾਂ ਦੀ ਸਰੋਤ ਵਿੱਚੋਂ ਸੁਖ ਹੋਏਗਾ, ਉਹਨਾਂ ਨੂੰ ਸਰੀਰਕ ਤੌਰ ਤੇ ਵੀ ਸੁਖ ਮਿਲੇਗਾ, ਮਾਨਸਿਕ ਤੌਰ ਤੇ ਪਿਆਰ ਮੁਹੱਬਤ ਮਿਲੇਗੀ, ਆਤਮਿਕ ਤੌਰ ਤੇ ਉਹ ਆਤਮਿਕ ਜ਼ਿੰਦਗੀ ਜੀਣਗੇ ਜੋ ਗੁਰੂ ਦੀ ਕਿਰਪਾ ਦੇ ਪਾਤਰ ਬਣਨਗੇ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣਗੇ, ਜੋ ਗਿਆਨ ਦੀ ਸਹੀ ਵਰਤੋਂ ਕਰਨਗੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ, ਚੜ੍ਹਦੀ ਕਲਾ ਪੈਦਾ ਹੋਵੇ, ਸਮਾਜ ਚੰਗਾ ਬਣੇ, ਇਹ ਸੰਸਾਰ ਬੇਗਮਪੁਰਾ ਹੋ ਜਾਏ, ਤਾਂ ਸਾਨੂੰ ਹਰ ਵੀਰ ਭੈਣ ਨੂੰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਚਾਹੀਦੀ। ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ। ਜੋ ਧੁਰ ਮਿਲੇ, ਜੋ ਧੁਰ ਵਿੱਚ ਮਿਲੇ ਹੋਏ ਨੇ, ਮੇਲੇ ਸਿਰਜਣਹਾਰ, ਜਿਨ੍ਹਾਂ ਨੂੰ ਸਿਰਜਣਹਾਰ ਨੇ ਮੇਲ ਲਿਆ ਹੈ। ਸੇ ਮਿਲ ਰਿਹਾ ਦਾ ਮਤਲਬ ਉਹ ਹਮੇਸ਼ਾ ਹੀ ਮਿਲੇ ਰਹਿੰਦੇ ਨੇ। ਇੱਥੇ ਧੁਰ ਦਾ ਮਤਲਬ ਧੁਰ ਵਿੱਚ, ਰੱਬ ਦੇ ਵਿੱਚ। ਧੁਰ ਕੌਣ ਹੈ? ਸਾਡਾ ਧੁਰਾ ਕੌਣ ਹੈ? ਮੂਲ। ਇੱਥੇ ਧੁਰ ਦਾ ਮਤਲਬ ਮੂਲ। ਜੋ ਧੁਰ ਮਿਲੇ, ਜੋ ਮੂਲ ਵਿੱਚ ਮਿਲ ਗਏ। ਮਿਲੇ ਕੌਣ? ਹਰ ਮੇਲੇ ਸਿਰਜਣਹਾਰ, ਜਿਨ੍ਹਾਂ ਨੂੰ ਸਿਰਜਣਹਾਰ ਨੇ ਆਪ ਮਿਲਾ ਲਿਆ। ਸੇ ਮਿਲ ਰਹੇ ਦਾ ਮਤਲਬ ਉਹ ਹਮੇਸ਼ਾ ਹੀ ਮਿਲੇ ਰਹਿੰਦੇ ਨੇ। ਜਿਵੇਂ ਇੱਕ ਬੂੰਦ ਸਮੁੰਦਰ ਦੇ ਵਿੱਚੋਂ ਵਿਛੜੀ ਤੇ ਉਹ ਸਮੁੰਦਰ ਨੇ ਉਹਨੂੰ ਆਪਣੇ ਵਿੱਚ ਮਿਲਾ ਲਿਆ, ਉਹ ਸਮੁੰਦਰ ਦੇ ਵਿੱਚ ਮਿਲ ਗਈ, ਫਿਰ ਉਹ ਮਿਲੀ ਰਹਿੰਦੀ, ਫਿਰ ਉਹ ਬੂੰਦ ਵੱਖਰੀ ਨਹੀਂ ਹੁੰਦੀ। ਲੱਖਾਂ ਯਤਨ ਕਰਕੇ ਵੀ ਸੇਮ ਬੂੰਦ ਵਾਲੇ ਪਾਣੀ ਨੂੰ ਤੁਸੀਂ ਸਮੁੰਦਰ ਚੋਂ ਕੱਢ ਨਹੀਂ ਪਾਓਗੇ। ਕੋਈ ਢੰਗ ਨਹੀਂ ਹੈ ਕਿ ਉਸ ਪਾਣੀ ਨੂੰ, ਉਸ ਬੂੰਦ ਨੂੰ ਵੱਖਰਿਆਂ ਕਰ ਲਿਆ ਜਾਏ। ਸਮੁੰਦਰ ਦੇ ਅੰਦਰ ਗਏ ਹੋਏ ਪਾਣੀ, ਨਦੀਆਂ ਨਾਲਿਆਂ ਦੇ ਪਾਣੀਆਂ ਨੂੰ ਤੁਸੀਂ ਵੱਖਰਿਆਂ ਵੱਖਰਿਆਂ ਨਾ ਪਛਾਣ ਸਕਦੇ ਹੋ, ਨਾ ਉਹਨਾਂ ਨੂੰ ਕੱਢ ਸਕਦੇ ਹੋ। ਤਾਂ ਜਿਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਵਿੱਚ ਮਿਲਾ ਲਿਆ, ਜੋ ਸਿਰਜਣਹਾਰ ਦੇ ਵਿੱਚ ਮਿਲ ਗਏ, ਉਹ ਫਿਰ ਮਿਲੇ ਰਹਿੰਦੇ ਨੇ, ਉਹ ਵਿਛੜਦੇ ਨਹੀਂ ਹਨ। ਜਿੰਨਾ ਮਰਜ਼ੀ ਯਤਨ ਕਰ ਲਓ। ਹੁਣ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਕੀਤਾ ਗਿਆ ਹੈ ਨਾ ਯਤਨ ਕਿ ਇਹਨਾਂ ਨੂੰ ਗੁਰੂ ਨਾਲੋਂ ਦੂਰ ਕਰ ਲਈਏ, ਸੱਚ ਵਿੱਚ ਮਿਲੇ ਹੋਏ ਨੇ, ਇਹਨਾਂ ਨੂੰ ਵੱਖਰਿਆਂ ਕਰ ਦਈਏ। ਕੀ ਕੋਈ ਆਰੇ ਦੇ ਨਾਲ ਚੀਰ ਕੇ ਭਾਈ ਮਤੀ ਦਾਸ ਜੀ ਨੂੰ ਸੱਚ ਨਾਲੋਂ ਵੱਖਰਾ ਕਰ ਸਕਿਆ? ਕਿਉਂਕਿ ਮਿਲ ਗਿਆ ਨਾ ਸੱਚ ਵਿੱਚ। ਕੀ ਕੋਈ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਅੰਦਰ ਚਿਣ ਕੇ ਸੱਚ ਨਾਲੋਂ ਵੱਖਰਾ ਕਰ ਸਕਿਆ? ਕਿ ਉਹਨਾਂ ਨੌਜਵਾਨ ਬੀਬੀਆਂ ਦੇ, ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ, ਮਾਵਾਂ ਦੇ ਗਲਿਆਂ ਦੇ ਹਾਰ ਬਣਾ ਕੇ ਉਹਨਾਂ ਮਾਵਾਂ ਨੂੰ ਕੋਈ ਸੱਚ ਨਾਲੋਂ ਵੱਖਰਿਆਂ ਕਰ ਸਕਿਆ? ਨਹੀਂ ਕਰ ਪਾਇਆ, ਕਿਉਂਕਿ ਉਹ ਮਿਲ ਗਈਆਂ ਸੀ ਸੱਚ ਵਿੱਚ। ਉਹਨਾਂ ਨੂੰ ਗੁਰੂ ਨੇ, ਸਿਰਜਣਹਾਰ ਨੇ ਆਪਣੇ ਵਿੱਚ ਮਿਲਾ ਲਿਆ ਹੈ, ਉਹ ਫਿਰ ਕਦੇ ਵਿਛੜਦੇ ਨਹੀਂ। ਤੇ ਸਾਡੇ ਵਰਗੇ ਤੇ ਵਿਛੜੇ ਵਿਛੜਾਏ ਨੇ, ਜਿਨ੍ਹਾਂ ਨੇ ਗੱਲੀ ਬਾਤੀ ਜਿਹੜੇ ਮਿਲੇ ਨੇ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੇਂ ਦਰ ਖੜੀਆਂ, ਉਹ ਇੱਕ ਵੱਖਰਾ ਟੌਪਿਕ ਹੈ। ਜੋ ਆਪਣੇ ਮੂਲ ਦੇ ਅੰਦਰ ਮਿਲ ਗਏ, ਜਿਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਵਿੱਚ ਮਿਲਾ ਲਿਆ, ਆਪਣੇ ਵਰਗੇ ਕਰ ਲਿਆ, ਉਹ ਮੁੜ ਕੇ ਵਿਛੜਦੇ ਨਹੀਂ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ। ਗੋਸਾਈ
नहीं, गो साईं। सच्चा का मतलब सदा स्थिर रहने वाला। गो साईं, गो का मतलब सृष्टि ते साईं का मतलब मालक। सृष्टि का मालक, हे सृष्टि दे मालक, तू सच्चा मालक है, तू सारियां दा साहिब है और तू सच्चा है। सच्चा दा भाव सदा स्थिर रहने वाला है, अविनाशी है। ਤਾਂ ਪ੍ਰਭੂ ਆਪ ਇਸ ਕਾਇਨਾਤ ਦਾ ਮਾਲਕ ਹੈ। ਇਹਦਾ ਮਾਲਕ ਕੋਈ ਦੇਵੀ ਦੇਵਤਾ ਨਹੀਂ ਜਿਨੇ ਇਹਨੂੰ ਬਣਾਇਆ ਹੋਵੇ, ਕਿਸੇ ਦੇਵਤੇ ਨੇ ਸ੍ਰਿਸ਼ਟੀ ਨੂੰ ਬਣਾਇਆ ਹੋਏ, ਕੋਈ ਇਸ ਦੀ ਪਾਲਣਾ ਕਰ ਰਿਹਾ ਹੋਏ, ਕੋਈ ਇਹਦਾ ਵਿਨਾਸ਼ ਕਰ ਰਿਹਾ ਹੋਏ, ਕੋਈ ਇਹਦਾ ਸੰਚਾਲਨ ਕਰ ਰਿਹਾ ਹੋਏ। ਐਸੀਆਂ ਕੋਈ ਸ਼ਕਤੀਆਂ ਨਹੀਂ ਹਨ। ਮਾਲਕ ਰੱਬ ਹੈ। ਰੱਬੀ ਹੁਕਮ ਦੇ ਅੰਦਰ ਸਾਰਾ ਨਿਜ਼ਾਮ ਚੱਲ ਰਿਹਾ ਹੈ ਤੇ ਤੂੰ ਮਾਲਕ ਸੱਚਾ ਹੈ, ਸਦਾ स्थिर है। तेरे अंदर, तेरे सिस्टम दे अंदर कोई ऊणताई नहीं है। तुधनों सब ध्याएं दी सब लगे तेरी पाई। इनू पाई नहीं पढ़ना, पाई। पाई दा मतलब पैरां विच। सारी सृष्टि तेरा ध्यान, सारी सृष्टि तेरा ध्यान धरदी है ते सब जी जंत तेरे अगे सिर नवाउंदे ने। ਹੁਣ ਸਾਰੇ ਜੀਵ ਜੰਤ ਪ੍ਰਭੂ ਅੱਗੇ ਸਿਰ ਨਿਵਾਉਂਦੇ ਨੇ। ਇਹਦਾ ਮਤਲਬ ਕਿ ਸਾਰੇ ਰੱਬੀ ਹੁਕਮ ਦੇ ਅੰਦਰ ਚੱਲ ਰਹੇ ਨੇ। ਸਾਰੀ ਸ੍ਰਿਸ਼ਟੀ ਤੇਰੇ ਧਿਆਨ ਵਿੱਚ ਹੈ, ਤੇਰੇ ਹੁਕਮ ਦੇ ਅੰਦਰ ਹੈ। ਸਾਰੀ ਸ੍ਰਿਸ਼ਟੀ ਤੇਰੇ ਹੁਕਮ ਅੰਦਰ ਚੱਲ ਰਹੀ ਹੈ। ਲੱਗੇ ਪਾਈ ਦਾ ਮਤਲਬ ਪੈਰੀ ਲੱਗਣਾ, ਚਰਨੀ ਲੱਗਣਾ, ਹੁਕਮ ਦੇ ਅੰਦਰ ਚੱਲਣਾ। ਹੁਕਮ, ਰਜਾ, ਭਾਣਾ, ਇਹਦਾ ਮਤਲਬ ਹੈ ਸਿਸਟਮ। ਇਹ ਸਾਰੀ ਜੋ ਦੁਨੀਆ ਹੈ कुदरती नियमावली के अंदर चल रही है। चाहे धरती है, चंद्रमा है, सूरज है, ग्रह नक्षत्र, तारे स्यारे सितारे ने, आकाश गंगावां ने, मनुख मात्र ने, पशु पंछी ने, वनस्पति है, निक्के जे बैक्टीरिया तो लैके वड्डे सारे हाथी तक। यानी हर शै तेरी रजा दे विच है। तेरे हुक्म तो, तेरी रजा तो बाहर कोई कुछ नहीं कर सकता। सारे तेरे चरनी लगते हैं। तेरी सिफत सवालियो स्वरूप है। इथे विश्राम लावांगे। तेरी सिफत सवालियो स्वरूप है। जिन कीती, इथे विश्राम लगावांगे। तिस पार लंघाई, लंघाई नहीं, लंघाई, लल्ले ते टिप्पी ला के लंघाई। सारी पंक्ति का पाठ इस तरह होएगा। तेरी सिफत सवालियो स्वरूप है। जिन कीती, तिस पार लंघाई। सवाले सो प्लस आले। सवाले का मतलब हुंदा है सुंदरता का घर, सुंदरता दी खान, यानी सुंदर, सोहने स्वरूप वाली, सोहनी। सवाले का मतलब सोहना। सिफत का मतलब सिफत सलाह करनी, गुणगान करने। तेरी सिफत सलाह करनी एक सोहनी सुंदर कार है। कार का मतलब कर्म। ਜਿਹੜੀ ਤੇਰੀ ਸਿਫਤ ਸਲਾਹ ਕਰਨੀ ਹੈ, ਤੇਰੇ ਗੁਣਾਂ ਦਾ ਧਾਰਨੀ ਹੋਣਾ ਹੈ, ਇਹ ਕੰਮ, ਇਹ ਕਾਰ ਸਭ ਤੋਂ ਸੁੰਦਰ ਹੈ। ਇਹਦੇ ਤੋਂ ਸੋਹਣਾ, ਇਹਦੇ ਤੋਂ ਮਹਾਨ ਵੱਡਾ ਕੰਮ ਹੋਰ ਕੋਈ ਨਹੀਂ ਹੈ। ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ, ਕੋਈ ਜਪ, ਕੋਈ ਤਪ, ਕੋਈ ਤੀਰਥ, ਕੋਈ ਦਾਨ, ਕੋਈ ਮਤਲਬ ਆ ਜਿੰਨੇ ਵੀ ਕਰਮ ਕਾਂਡ ਨੇ, ਇਹਨਾਂ ਦੇ ਵਿੱਚੋਂ ਕੋਈ ਵੀ ਰੱਬ ਦੀ ਸਿਫਤ ਸਲਾਹ ਦੇ ਬਰਾਬਰ ਦਾ ਨਹੀਂ ਹੈ। ਤੇਰੀ ਸਿਫਤ ਸਲਾਹ ਕਰਨੀ ਸਭ ਤੋਂ ਉੱਤਮ ਕੰਮ ਹੈ। ਤੇ ਸਿਫਤ ਸਲਾਹ ਦਾ ਮਤਲਬ ਕੀ ਹੈ? ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੋਣਾ। ਸੋਚ ਅੰਦਰ ਵੀ ਰੱਬੀ ਗੁਣ, ਸੱਚ, ਦਇਆ ਆਦਿਕ। ਬੋਲ ਵੀ ਰੱਬੀ ਗੁਣਾਂ ਵਾਲੇ, ਵਿਹਾਰ ਵੀ ਰੱਬੀ ਗੁਣਾਂ ਵਾਲਾ। ਇਹਦੇ ਤੋਂ ਉੱਚੀ ਕੋਈ ਕਾਰ ਨਹੀਂ, ਸਭ ਤੋਂ ਸੋਹਣੀ ਕਾਰ ਹੈ। ਜਿਨ ਕੀਤੀ, ਜਿਸਨੇ ਵੀ ਇਹ ਕਾਰ ਕੀਤੀ, ਜਿਨਨੇ ਐਸਾ ਜੀਵਨ ਜੀਵਿਆ, ਤਿਸ ਪਾਰ ਲੰਘਾਈ, ਉਹਨੂੰ ਇਹ ਕਾਰ ਸੰਸਾਰ ਤੋਂ ਪਾਰ ਉਤਾਰ ਦਿੰਦੀ ਹੈ। ਤੇ ਸੰਸਾਰ ਤੋਂ ਪਾਰ ਉਤਰਨ ਦਾ ਮਤਲਬ ਇਹ ਨਹੀਂ ਵੀ ਧਰਤੀ ਤੋਂ ਚੁੱਕ ਕੇ ਕਿਤੇ ਪਰਲੇ ਕਿਨਾਰੇ ਲੈ ਜਾਂਦੀ ਹੈ। ਸੰਸਾਰ ਦਾ ਮਤਲਬ ਮੋਹ, ਪਕੜ, ਵਿਕਾਰ, ਪਾਪ, ਅਪਰਾਧ, ਹਉਮੈ ਵਗੈਰਾ, ਨੈਗੇਟਿਵਿਟੀ, ਚਿੰਤਾ, ਪਰੇਸ਼ਾਨੀਆਂ, ਜਿੰਨੇ ਵੀ ਇਹ ਵਿਕਾਰ, ਪਾਪ ਨੇ ਜਾਂ ਚਿੰਤਾ, ਪਰੇਸ਼ਾਨੀਆਂ ਨੇ, ਇਹਨਾਂ ਦੇ ਵਿੱਚੋਂ ਤੇਰੀ ਸਿਫਤ ਸਲਾਹ ਜਿਹੜਾ ਵੀ ਬੰਦਾ ਕਰਦਾ ਹੈ, ਉਹਨੂੰ ਇਹ ਪਾਰ ਲੰਘਾ ਦਿੰਦੀ ਹੈ। ਦੇਖੋ ਕਿੰਨਾ ਸੌਖਾ, ਸੁਖਾਲਾ ਮਾਰਗ ਦੁੱਖਾਂ ਤੋਂ ਬਚਣ ਦਾ, ਚਿੰਤਾ, ਪਰੇਸ਼ਾਨੀਆਂ ਤੋਂ ਬਚਣ ਦਾ।
हैवानियत और गैर इंसानियत तो बचन दा कि सिर्फ रब्बी गुणां दे धारनी होना। जीवन ਤਾਂ ਅਸੀਂ ਸਾਰੇ ਜੀ ਰਹੇ ਹਾਂ, ਜੈਲਸੀ ਵਾਲਾ ਜੀਵਨ ਈਰਖਾ ਕਰਕੇ ਵੀ ਜੀ ਰਹੇ ਹਾਂ, ਤੇ ਜੇ ਪ੍ਰੇਮ ਨਾਲ ਜੀਵੀਏ ਤਾਂ ਵੀ ਜੀਣਾ। ਹਉਮੈ ਵਾਲੀ ਜ਼ਿੰਦਗੀ ਵੀ ਜੀ ਰਹੇ ਹਾਂ, ਪਰ ਜੇ ਨਿਮਰਤਾ ਨਾਲ ਜੀਵਾਂਗੇ ਤਾਂ ਵੀ ਜ਼ਿੰਦਗੀ ਹੋਏਗੀ, ਪਰ ਰਿਜ਼ਲਟ ਦੋਵਾਂ ਦਾ ਬਿਲਕੁਲ ਵੱਖਰਾ ਹੋ ਜਾਏਗਾ, ਉਲਟ ਹੋ ਜਾਏਗਾ। ਹੰਕਾਰ ਭਰੀ ਜ਼ਿੰਦਗੀ ਵਿੱਚ ਪਰੇਸ਼ਾਨੀ ਹੈ, ਨਿਮਰਤਾ ਵਾਲੀ ਜ਼ਿੰਦਗੀ ਵਿੱਚ ਪਰੇਸ਼ਾਨੀ ਨਹੀਂ ਹੈ। ਔਗਣਾ ਵਾਲੀ ਜ਼ਿੰਦਗੀ ਵਿੱਚ ਪਰੇਸ਼ਾਨੀ ਹੈ, ਗੁਣਾ ਵਾਲੀ ਜ਼ਿੰਦਗੀ ਦੇ ਅੰਦਰ ਪਰੇਸ਼ਾਨੀ ਨਹੀਂ ਹੈ, ਦੁੱਖ ਨਹੀਂ ਹੈ। ਦੁੱਖਾਂ ਤੋਂ ਪਾਰ ਹੋ ਸਕਦੇ ਹਾਂ, ਨੈਗੇਟਿਵਿਟੀ ਤੋਂ ਬਾਹਰ ਆ ਸਕਦੇ ਹਾਂ, ਅਸੀਂ ਢਹਿੰਦੀ ਕਲਾ ਚੋਂ ਬਾਹਰ ਆ ਸਕਦੇ ਹਾਂ, ਜੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋ। ਗੁਰਮੁਖਾਂ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ। ਪਾਏ ਦਾ ਲਿਖਿਆ ਨਾ, ਪਾਏ ਦਾ, ਇਹਨੂੰ ਪਾਏ ਦਾ ਨਹੀਂ ਬਿੰਦੀ ਲਾ ਕੇ ਪਾਏਂਦਾ। ਗੁਰਮੁਖਾ ਜੇ ਅਸੀਂ ਪੜ੍ਹੀਏ ਨਾ ਗੁਰਮੁਖਾ, ਤਾਂ ਇਹ ਉਚਾਰਨ ਹੋ ਜਾਏਗਾ ਜਿਵੇਂ ਵੀਰਾ ਗੁਰਮੁਖਾ ਪਾਸੇ ਹੋ ਮੜਾ ਜਾ, ਗੁਰਮੁਖਾ ਕਿਸੇ ਨੂੰ ਸੰਬੋਧਨ ਹੋ ਜਾਏਗਾ, ਪਰ ਇੱਥੇ ਬਹੁਵਚਨੀ ਸ਼ਬਦ ਹੈ ਗੁਰਮੁਖਾਂ। ਗੁਰਮੁਖਾਂ ਨੂੰ ਫਲ ਪਾਏਂਦਾ ਸੱਚ ਨਾਮ ਸਮਾਈ। ਨਾਮ ਦੇ ਮੰਮੇ ਨਾਲ ਸਿਹਾਰੀ ਹੈ, ਨਾਮ ਵਿੱਚ, ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਸੱਚ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ ਜੋ ਜੀਵ ਸਤਿਗੁਰੂ ਦੇ ਸਨਮੁਖ ਰਹਿੰਦੇ ਨੇ, ਗੁਰਮੁਖ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ ਮਨ ਵਚਨ ਕਰਮ ਕਰਕੇ, ਉਹਨਾਂ ਨੂੰ ਫਲ ਮਿਲਦਾ ਹੈ, ਯਾਨੀ ਉਹਨਾਂ ਦੀ ਘਾਲ ਕਮਾਈ ਸਫਲ ਹੋ ਜਾਂਦੀ ਹੈ। ਉਹਨਾਂ ਦੇ ਜੀਵਨ ਦਾ ਰਿਜ਼ਲਟ ਉਹੀ ਨਿਕਲਦਾ ਹੈ ਜੋ ਉਹ ਚਾਹੁੰਦੇ ਨੇ, ਸੁੱਖ, ਆਨੰਦ, ਮਾਨ ਸਤਿਕਾਰ ਔਰ ਮੁਕਤੀ। ਸੱਚ ਨਾਮ ਸਮਾਈ, ਉਹ ਸੱਚ ਦੇ ਅੰਦਰ, ਰੱਬੀ ਹੁਕਮ ਦੇ ਅੰਦਰ ਲੀਨ ਹੋ ਜਾਂਦੇ ਨੇ। ਰੱਬੀ ਹੁਕਮ ਵਿੱਚ ਲੀਨ ਹੋ ਕੇ ਉਹ ਸੱਚ ਦੇ ਅੰਦਰ ਸਮਾ ਜਾਂਦੇ ਨੇ। ਮਨ ਬਚਨ ਕਰਮ ਕਰਕੇ ਉਹ ਸੱਚ ਦੇ ਧਾਰਨੀ ਹੋ ਜਾਂਦੇ ਨੇ, ਰੱਬੀ ਹੁਕਮ ਦੇ ਅੰਦਰ ਚੱਲ ਕੇ। ਤੇ ਰੱਬੀ ਹੁਕਮ ਦੀ ਸਮਝ ਕਿਵੇਂ ਆਉਂਦੀ ਹੈ? ਗੁਰੂ ਦੇ ਚਰਨਾਂ ਵਿੱਚ, ਗੁਰਬਾਣੀ ਰਾਹੀਂ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਕੇ। ਜੋ ਲੋਕ ਰੱਬੀ ਹੁਕਮ ਦੇ ਧਾਰਨੀ ਹੁੰਦੇ ਨੇ ਉਹ ਸੱਚ ਦੇ ਅੰਦਰ ਸਮਾ ਜਾਂਦੇ ਨੇ। ਜੋ ਸੱਚ ਦੇ ਅੰਦਰ ਸਮਾ ਜਾਂਦੇ ਨੇ ਉਹਨਾਂ ਨੂੰ ਫਿਰ ਫਲ ਮਿਲਦਾ ਹੈ ਸੁੱਖ ਦਾ, ਚੜ੍ਹਦੀ ਕਲਾ ਦਾ, ਆਨੰਦ ਦਾ, ਪ੍ਰਭੂ ਮਿਲਾਪ ਦਾ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਹੇ ਮੇਰੇ ਮਾਲਕ, ਜਿਹੋ ਜਿਹਾ ਤੂੰ ਆਪ ਵੱਡਾ ਹੈ, ਤੇਰੀ ਵਡਿਆਈ ਵੀ ਵੱਡੀ ਹੈ, ਯਾਨੀ ਤੇਰੀ ਵਡਿਆਈ ਵੀ ਵੱਡੇ ਗੁਣ ਪੈਦਾ ਕਰਨ ਵਾਲੀ। ਰੱਬ ਆਪ ਵੀ ਵੱਡਾ ਹੈ ਤੇ ਉਹਦੀ ਵਡਿਆਈ ਵੀ ਵੱਡੀ। ਜਿਹੜੀ ਉਹਦੀ ਵਡਿਆਈ ਕਰਨਗੇ ਉਹ ਵੀ ਵੱਡੇ ਹੋ ਜਾਣਗੇ, ਉਹਨਾਂ ਦੇ ਅੰਦਰ ਵੱਡੇ ਗੁਣ ਪੈਦਾ ਹੋ ਜਾਣਗੇ। ਜੇ ਅਸੀਂ ਕੰਟੀਨਿਊ ਲਗਾਤਾਰ ਗੁਣਾਂ ਦੀ ਗੱਲ ਕਰੀਏ ਨਾ, ਤਾਂ ਇੱਕ ਦਿਨ ਆਏਗਾ ਅਸੀਂ ਗੁਣੀ ਹੀ ਬਣ ਜਾਵਾਂਗੇ। ਸਾਡੇ ਅੰਦਰ ਉਹ ਗੁਣ ਸਮਾ ਜਾਣਗੇ, ਸਾਡੇ ਅੰਦਰ ਗੁਣਾਂ ਦਾ ਪੋਜ਼ਿਟਿਵ ਜਿਹੜਾ ਹੈ ਨਿਊਰੋਨਲ ਪੈਟਰਨ ਬਣ ਜਾਏਗਾ। ਤਾਂ ਇਹ ਮੇਰੇ ਮਾਲਕ ਤੂੰ ਹੀ ਵੱਡਾ ਹੈ, ਤੇਰੀ ਸਿਫਤ ਸਲਾਹ ਵੱਡੀ ਹੈ, ਤੇਰੀ ਸਿਫਤ ਸਲਾਹ ਮਨੁੱਖ ਦੇ ਅੰਦਰ ਵੱਡੇ ਗੁਣ ਪੈਦਾ ਕਰਦੀ ਹੈ। ਅਗਲਾ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ, ਸ਼ਲੋਕ ਮਹਿਲਾ ਚੌਥਾ। ਵਿਣ ਨਾਮੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਸਾਧ ਦਾ ਮਤਲਬ ਸਵਾਦ, ਚਸਕਾ। ਫਿੱਕਾ ਸਾਧ ਦਾ ਮਤਲਬ ਫਿੱਕਾ ਚਸਕਾ, ਵਿਅਰਥ ਚਸਕਾ। ਵਿਣ ਨਾਮੈ, ਨਾਮੈ ਦਾ ਮਤਲਬ ਨਾਮ, ਨਾਮ ਦਾ ਮਤਲਬ ਹੁਕਮ, ਸਲਾਹਣਾ ਦਾ ਮਤਲਬ ਸਿਫਤ ਕਰਨੀ, ਵਡਿਆਈ ਕਰਨੀ। ਰੱਬੀ ਹੁਕਮ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਵਡਿਆਈ ਕਰਨੀ, ਕਿ ਯੋਗਾ ਕਰਨ ਦੇ ਨਾਲ ਵੀ ਸਾਨੂੰ ਮੁਕਤੀ ਮਿਲ ਸਕਦੀ ਹੈ, ਵਰਤ ਰੱਖਿਆ ਸਾਡੇ ਜੀਵਨ ਵਿੱਚ ਸੁੱਖ ਆ ਸਕਦੇ ਨੇ, ਜੰਗਲਾਂ ਵਿੱਚ ਵਿਚਰਿਆ ਰੱਬ ਮਿਲ ਸਕਦਾ ਹੈ। ਇਹ ਵਡਿਆਈ ਕਰਨੀ, ਇਹ ਤਾਂ ਬੇਕਾਰ ਹੈ ਨਾ। ਇਹ ਫਿੱਕਾ ਚਸਕਾ ਹੈ, ਫਿੱਕਾ ਸਵਾਦ ਹੈ, ਇਹ ਕੋਈ ਚੰਗੀ ਗੱਲ ਨਹੀਂ ਹੈ। ਹਾਂ, ਰੱਬ ਦੇ ਹੁਕਮ ਦੀ ਸਿਫਤ ਕਰਨੀ, ਕਿ ਰੱਬੀ ਹੁਕਮ ਦੇ ਵਿੱਚ ਤੁਰਿਆ ਹੁਕਮੀ ਮਿਲਦਾ ਹੈ, ਹੁਕਮ ਦੇ ਅੰਦਰ ਤੁਰਿਆ ਸਿਫਤ ਹੁੰਦੀ ਹੈ, ਹੁਕਮ ਦੇ ਅੰਦਰ ਤੁਰਿਆ ਸਿਫਤ ਮਿਲਦੀ ਹੈ। ਇਹ ਸਲਾਹ ਕਰਨੀ ਹੈ, ਇਹ ਸਿਫਤ ਕਰਨੀ ਹੈ, ਇਸ ਚੀਜ਼ ਨੂੰ ਅਪਣਾਉਣਾ ਹੈ। ਤਾਂ ਬਿਨਾਂ ਰੱਬੀ ਹੁਕਮ ਤੋਂ ਕਿਸੇ ਹੋਰ ਚੀਜ਼ ਦੀ ਸਿਫਤ ਕਰਨੀ, ਉਹ ਇੱਕ ਫਿੱਕੇ ਚਸਕੇ ਨੇ, ਉਹਨਾਂ ਦਾ ਸਾਰਾ ਉਦਮ ਬੇਸਵਾਦਾ ਹੈ, ਫਿੱਕਾ ਸਾਧ ਹੈ ਉਹਨਾਂ ਦਾ। ਹੁਣ ਦੇਖੋ, ਜੇ ਅਸੀਂ ਆਪਣੀ ਜ਼ਿੰਦਗੀ ਵੱਲ ਜਾਂ ਚੌਗਿਰਦੇ ਵੇਖੀਏ, ਜਿਨ੍ਹਾਂ ਨੇ ਅੱਜ ਤੱਕ ਵਰਤ ਨਰਾਤੇ ਰੱਖੇ ਨੇ, ਬਾਬਿਆਂ ਦੀ ਪੂਜਾ ਕੀਤੀ ਹੈ, ਕੀ ਖੱਟਿਆ ਉਹਨਾਂ ਨੇ? ਕੁਛ ਵੀ ਨਹੀਂ।
ਤੇ ਜਿਹੜੇ ਸੱਚੇ ਗੁਣਾਂ ਦੇ ਧਾਰਨੀ ਹੋਏ ਨੇ ਉਹਨਾਂ ਨੇ ਕੀ ਖੱਟਿਆ? ਬਹੁਤ ਕੁਝ ਖੱਟਿਆ ਹੈ, ਬੜਾ ਸੁਖ ਮਾਣਿਆ ਹੈ, ਆਨੰਦ ਮਾਣਿਆ ਹੈ। ਇਸ ਲਈ ਰੱਬੀ ਹੁਕਮ ਤੋਂ ਬਿਨਾ ਬਾਕੀ ਦੇ ਜਿਹੜੇ ਚਸਕੇ ਨੇ ਉਹਨਾਂ ਦਾ ਸਵਾਦ ਫਿੱਕਾ ਹੈ। ਜੀਵਨ ਵਿੱਚ ਮਿਠਾਸ ਪੈਦਾ ਨਹੀਂ ਹੁੰਦੀ, ਜੀਵਨ ਵਿੱਚ ਰਸ ਪੈਦਾ ਨਹੀਂ ਹੁੰਦਾ। ਮਨਮੁਖ ਅਹੰਕਾਰ ਸਲਾਹਾਂ ਦੇ ਹਉਮੈ ਮਮਤਾ ਵਾਦ। ਮਨਮੁਖ ਮਨ ਦੇ ਪਿੱਛੇ ਤੁਰਨ ਵਾਲੇ ਸਲਾਹਾਂ ਦੇ ਦਾ ਮਤਲਬ ਚੰਗਾ ਸਮਝਦੇ ਨੇ। ਅਹੰਕਾਰ ਦਾ ਮਤਲਬ ਮੈਂ ਦਾ ਭਾਵ ਖੁਦਗਰਜ਼ੀ। ਝਗੜਾ ਦਾ ਮਤਲਬ ਲੋਕਾਂ ਦੇ ਨਾਲ ਖਹਿਣ ਵਾਲੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਮਤਾ ਦਾ ਮਤਲਬ ਆਪਣੱਤ, ਵਾਦ ਦਾ ਮਤਲਬ ਝਗੜਾ ਝਮੇਲਾ, ਲੰਮੀਆਂ ਲੰਮੀਆਂ ਗੱਲਾਂ। ਮਨਮੁਖ ਜੀਵ ਹਉਮੈ ਤੇ ਆਪਣੱਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਨੇ। ਹਉਮੈ, ਮਮਤਾ, ਵਾਦ, ਮਨ ਦੇ ਪਿੱਛੇ ਤੁਰਨ ਵਾਲੇ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ। ਭਾਵ ਕਿ ਇਹਨਾਂ ਗੱਲਾਂ ਦੇ ਸਿਰ ਦੇ ਉੱਤੇ ਕਿਸੇ ਦੀ ਸਿਫਤ ਔਰ ਕਿਸੇ ਦੀ ਨਿੰਦਿਆ ਕਰਦੇ ਨੇ। ਮਨਮੁਖ ਕੀ ਕਰ ਰਹੇ ਨੇ? ਮਨਮੁਖ ਅਹੰਕਾਰ ਸਲਾਹਾਂ ਦੇ ਹਉਮੈ ਮਮਤਾ ਵਾਦ। ਮਮਤਾ ਦਾ ਮਤਲਬ ਆਪਣੱਤ, ਹਉਮੈ ਦਾ ਮਤਲਬ ਮੈਂ ਭਾਵ, ਵਾਦ ਦਾ ਮਤਲਬ ਵਿਵਾਦ। ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਅਹੰਕਾਰੀ ਜੀਵ ਨੇ ਉਹ ਅਹੰਕਾਰ, ਹਉਮੈ, ਆਪਣੱਤ ਦੀਆਂ ਗੱਲਾਂ ਨੂੰ ਪਸੰਦ ਕਰਦੇ ਨੇ, ਯਾਨੀ ਇਹਨਾਂ ਦੇ ਆਧਾਰ ਤੇ ਆਪਣੀ ਜ਼ਿੰਦਗੀ ਬਿਤਾਉਂਦੇ ਨੇ। ਤੇ ਹੁੰਦਾ ਕੀ ਹੈ? ਜਿਨ ਸਾਲਾਹਨ ਸੇ ਮਰੇ ਖੱਪ ਜਾਵੇ ਸਭ ਅਪਵਾਦ। ਅਪਵਾਦ ਦਾ ਮਤਲਬ ਝਗੜਾ, ਕੋਝਾ ਝਗੜਾ। ਜਿਨ ਸਾਲਾਹਨ, ਜਿਨ੍ਹਾਂ ਦੀ ਉਹ ਸਿਫਤ ਕਰਦੇ ਨੇ ਮਨਮੁਖ, ਮਨ ਦੇ ਪਿੱਛੇ ਤੁਰਨ ਵਾਲੇ, ਆਪ ਹੁਦਰੇ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦੇ, ਗੁਰਮਤ ਆਸ਼ੇ ਅਨੁਸਾਰ ਜਿਨ੍ਹਾਂ ਦੀ ਜ਼ਿੰਦਗੀ ਨਹੀਂ, ਜਿਹੜੇ ਸਿਰਫ ਆਪ ਹੁਦਰੇ ਨੇ, ਸਮਾਜ ਦੇ ਨਿਯਮਾਂ ਨੂੰ ਤੋੜਨਾ ਹੈ, ਧਰਮ ਦੇ ਨਿਯਮਾਂ ਨੂੰ ਤੋੜਨਾ ਹੈ, ਕੁਦਰਤ ਦੇ ਨਿਯਮਾਂ ਨੂੰ ਤੋੜਨਾ ਹੈ, ਗੁਰਮਤ ਤੋਂ ਉਲਟ ਚੱਲਣਾ ਹੈ, ਮਨ ਦੇ ਪਿੱਛੇ ਤੁਰਨ ਵਾਲੇ। ਜਿਨ ਸਾਲਾਹਨ ਸੇ ਮਰੇ, ਹਉਮੈ ਕਰਕੇ ਜਿਨ੍ਹਾਂ ਦੀ ਉਹ ਸਿਫਤ ਕਰਦੇ ਨੇ ਉਹ ਲੋਕ ਮਰ ਜਾਂਦੇ ਨੇ। ਉਹ ਪਹਿਲਾਂ ਹੀ ਆਤਮਕ ਮੌਤੇ ਮਰੇ ਪਏ ਨੇ ਤੇ ਆਤਮਕ ਮੌਤੇ ਮਰਿਆਂ ਦੀ ਉਹ ਸਿਫਤ ਸਲਾਹ ਕਰ ਰਹੇ ਨੇ। ਖੱਪ ਜਾਵੇ ਸਭ ਅਪਵਾਦ। ਤੇ ਗੁਰੂ ਜੀ ਕਹਿੰਦੇ ਨੇ ਇਹੋ ਜਿਹਾ ਜਿਹੜਾ ਝਗੜਾ ਹੈ ਨਾ, ਉਹ ਸਾਰਾ ਸਿਲਸਿਲਾ ਵਿਅਰਥ ਚਲਾ ਜਾਂਦਾ ਹੈ। ਭਾਵ ਉਸਤਤ ਨਿੰਦਾ ਦੀਆਂ ਗੱਲਾਂ ਦਾ ਸਿਲਸਿਲਾ ਜਿਹੜਾ ਨਾ ਇਹ ਖੱਪ ਜਾਂਦਾ ਹੈ, ਬੰਦਾ ਇਹਦੇ ਵਿੱਚ ਹੀ ਖੱਪ ਕੇ ਮਰਦਾ ਰਹਿੰਦਾ। ਇਹ ਸਾਰਾ ਸਿਲਸਿਲਾ ਹੀ ਬੇਕਾਰ ਚਲਾ ਗਿਆ। ਜਿਹਦੀ ਅਸੀਂ ਸਿਫਤ ਕਰ ਰਹੇ ਹਾਂ ਉਹ ਮਰ ਗਿਆ। ਮਰ ਗਿਆ ਦਾ ਮਤਲਬ ਇਹ ਨਹੀਂ ਕਿ ਸਰੀਰ, ਉਹਦੀ ਜ਼ਮੀਰ ਮਰ ਗਈ। ਤੇ ਜਿਹੜੀ ਜ਼ਬਾਨ ਦੇ ਨਾਲ ਹੁਣ ਉਹਦੀਆਂ ਸਿਫਤਾਂ ਕਰਦੇ ਸਾਂ, ਦੂਜਿਆਂ ਦੀਆਂ ਨਿੰਦਾ ਕਰਦੇ ਸਾਂ, ਵਿਅਰਥ ਗਿਆ ਨਾ। ਹੁਣ ਦੇਖੋ ਸੱਚੇ ਸੌਦੇ ਵਾਲੇ ਦਾ ਕੀ ਹਾਲ ਹੋਇਆ। ਜਿਹੜੇ ਲੋਕ ਹੁਣ ਸਿਫਤਾਂ ਕਰਦੇ ਸੀ ਤਾਂ ਉਹ ਜਿਸ ਕੇਸ ਦੇ ਵਿੱਚ ਅੰਦਰ ਹੈ, ਆਤਮਕ ਮੌਤ ਹੋ ਗਈ ਨਾ, ਇਸੇ ਨੂੰ ਕਹਿੰਦੇ ਨੇ ਮਰਨਾ। ਜਿਹਨੂੰ ਲੋਕ ਬਾਪੂ ਕਹਿੰਦੇ ਸਨ, ਉਹ ਦੇਖੋ ਕਿਸ ਕੇਸ ਦੇ ਅੰਦਰ ਹੈ, ਮਰ ਗਿਆ ਨਾ। ਉਹ ਮਰਨ ਦਾ ਮਤਲਬ ਸਰੀਰ ਨਹੀਂ, ਜ਼ਮੀਰ ਮਰ ਗਈ। ਜਿਨ੍ਹਾਂ ਦੀ ਅਸੀਂ ਹਉਮੈ ਕਰਕੇ ਸਿਫਤ ਕਰਦੇ ਹਾਂ ਉਹ ਆਤਮਕ ਮੌਤੇ ਮਰ ਜਾਂਦੇ ਨੇ। ਤੇ ਜਿਹੜਾ ਸਾਡਾ ਸਾਰਾ ਝਗੜਾ ਹੈ ਉਹ ਖੱਪ ਪੈਦਾ ਕਰਨ ਵਾਲਾ ਹੁੰਦਾ ਹੈ, ਵਿਅਰਥ ਚਲਾ ਜਾਂਦਾ ਹੈ, ਸਾਡੀ ਜ਼ਿੰਦਗੀ ਨੂੰ ਵੀ ਵਿਅਰਥ ਗਵਾ ਦਿੰਦਾ ਹੈ। ਇਸ ਲਈ ਕਿਸੇ ਹੋਰ ਦੀ ਸਿਫਤ ਸਲਾਹ ਦੀ ਬਜਾਏ ਜੇ ਗੁਰੂ ਦੀ ਸਿਫਤ ਸਲਾਹ ਕੀਤੀ ਜਾਏ, ਰੱਬ ਦੇ ਗੁਣ ਡਾਇਰੈਕਟ ਗਾਏ ਜਾਣ, ਡਾਇਰੈਕਟ ਗੁਰੂ ਦੇ ਨਾਲ ਜੁੜਿਆ ਜਾਏ, ਗੁਰੂ ਦੀ ਪਾਵਨ ਬਾਣੀ ਪੜ੍ਹੀ ਜਾਏ, ਬਾਣੀ ਮੁਤਾਬਕ ਜ਼ਿੰਦਗੀ ਜੀਵੀ ਜਾਏ, ਤਾਂ ਸਾਡਾ ਇਹ ਜੀਵਨ ਅਪਵਾਦਾਂ ਤੋਂ ਉੱਤੇ ਉੱਠ ਸਕਦਾ ਹੈ। ਤਾਂ ਸਾਡੇ ਜੀਵਨ ਦੇ ਅੰਦਰ ਖੁਸ਼ੀ ਆ ਸਕਦੀ ਹੈ। ਕਿਉਂਕਿ ਗੁਰੂ ਨੇ ਕਦੇ ਆਤਮਕ ਮੌਤ ਬਾਰੇ, ਤਾਂ ਗੁਰੂ ਬਾਰੇ ਅਸੀਂ ਸੋਚ ਵੀ ਨਹੀਂ ਨਾ ਸਕਦੇ, ਲਫ਼ਜ਼ ਵੀ ਨਹੀਂ ਯੂਜ਼ ਕਰ ਸਕਦੇ। ਇਸ ਲਈ ਗੁਰੂ ਦੀ ਸਿਫਤ ਸਲਾਹ ਕਰਨ ਦੀ ਟਰਾਈ ਕਰਨੀ ਹੈ। ਜਨ ਨਾਨਕ ਗੁਰਮੁਖ ਉਬਰੇ। ਗੁਰਮੁਖ ਦਾ ਮਤਲਬ ਗੁਰੂ ਦੇ ਸ਼ਰਨੀ ਪੈਣ ਵਾਲੇ ਮਨੁੱਖ ਉਭਰ ਗਏ, ਬਚ ਗਏ ਵਿਕਾਰਾਂ ਤੋਂ। ਜਪ ਹਰ ਹਰ ਪਰਮਾਨਾਦ। ਪਰਮਾਨਾਦ ਦਾ ਮਤਲਬ ਪਰਮ ਆਨੰਦ, ਹਰੀ, ਜੋ ਰੱਬ ਸਰਬ ਮਹਾਨ ਆਨੰਦ ਦੇਣ ਵਾਲਾ ਹੈ। ਉਸ ਹਰੀ ਦੀ ਸਿਫਤ ਕਰਕੇ ਗੁਰੂ ਦੇ ਸ਼ਰਨੀ ਪੈਣ ਵਾਲੇ ਲੋਕ ਬਚ ਗਏ, ਉਹ ਆਤਮਕ ਮੌਤੇ ਨਹੀਂ ਮਰੇ। ਉਹਨਾਂ ਦੀ ਜ਼ਿੰਦਗੀ ਝਗੜਿਆਂ ਵਿੱਚ, ਅਪਵਾਦਾਂ ਦੇ ਵਿੱਚ ਨਹੀਂ ਬੀਤੀ। ਉਹਨਾਂ ਨੇ ਕਿਸੇ ਹੋਰ ਦੀ ਸਿਫਤ ਨਹੀਂ ਕੀਤੀ, ਉਹ ਰੱਬੀ ਰਜ਼ਾ ਵਿੱਚ ਤੁਰੇ ਨੇ। ਗੁਰਮਤ ਨੂੰ ਉਹਨਾਂ ਨੇ ਅਪਣਾਇਆ ਹੈ, ਰੱਬੀ ਗੁਣਾਂ ਦੇ ਧਾਰਨੀ ਹੋਏ ਨੇ।
ਇਸ ਲਈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਵਾਲੇ ਲੋਕ ਬਚ ਗਏ ਰੱਬੀ ਗੁਣਾਂ ਨੂੰ ਗਾ ਕੇ। ਮਹਿਲਾ ਚੌਥਾ, ਸਤਿਗੁਰ। ਇੱਥੇ ਥੋੜਾ ਜਿਹਾ ਵਿਸ਼ਰਾਮ ਲਾਣਾ ਹੈ। ਜਿਵੇਂ ਗੁਰੂ ਨੂੰ ਕੋਈ ਗੱਲ ਕਹੀ ਦੀ ਹੈ ਨਾ, ਸਤਿਗੁਰ ਸੰਬੋਧਨ ਕਰਨਾ, ਸਤਿਗੁਰ ਹਰ ਪ੍ਰਭ ਦਸ, ਇੱਥੇ ਵਿਸਰਾਮ ਲਗਾਵਾਂਗੇ। ਨਾਮ ਧਿਆਈ ਮਨ ਹਰੀ, ਇਹਨੂੰ ਧਿਆਈ ਨਹੀਂ ਪੜਨਾ, ਧਿਆਈ ਮੈਂ ਧਿਆਵਾਂ, ਮੈਂ ਧਿਆਨ ਧਰਾਂ। ਫਸਟ ਪਰਸਨ ਦੀ ਗੱਲ ਹੋ ਰਹੀ ਹੈ। ਸਤਿਗੁਰ ਹਰ ਪ੍ਰਭ ਦਸ, ਸਤਿਗੁਰ ਦਾ ਮਤਲਬ ਹੈ ਸਤਿਗੁਰੂ। ਹਰ ਪ੍ਰਭ ਦਸ ਦਾ ਮਤਲਬ ਮੈਨੂੰ ਹਰੀ ਪ੍ਰਭੂ ਦਸ, ਹਰੀ ਪ੍ਰਭੂ ਦੀਆਂ ਗੱਲਾਂ ਸੁਣਾ, ਹਰੀ ਪ੍ਰਭੂ ਦੇ ਹੁਕਮ ਬਾਰੇ, ਰਜਾ ਭਾਣੇ ਬਾਰੇ ਗਿਆਨ ਦੇ। ਨਾਮ ਧਿਆਈ, ਧਿਆਈ ਦਾ ਮਤਲਬ ਮੈਂ ਧਿਆਨ ਧਰਾਂ, ਮੈਂ ਆਪਣੇ ਧਿਆਨ ਦੇ ਵਿੱਚ ਨਾਮ ਨੂੰ ਵਸਾਵਾਂ। ਨਾਮ ਦਾ ਮਤਲਬ ਹੁਕਮ, ਮੈਂ ਹੁਕਮ ਵਿੱਚ ਧਿਆਨ ਨੂੰ ਲਾਵਾਂ, ਮੇਰੇ ਧਿਆਨ ਵਿੱਚ ਹੁਕਮ ਵਸੇ। ਮਨ ਹਰੀ ਦਾ ਮਤਲਬ ਮਨ ਦੇ ਅੰਦਰ ਹਰੀ ਵਸ ਪਵੇ। ਹੇ ਸਤਿਗੁਰੂ, ਮੈਨੂੰ ਪ੍ਰਭੂ ਦੀਆਂ ਗੱਲਾਂ ਸੁਣਾ, ਜਿਸ ਕਰਕੇ ਮੈਂ ਹਿਰਦੇ ਵਿੱਚ ਪ੍ਰਭੂ ਦਾ ਜੋ ਹੁਕਮ ਹੈ ਉਹਨੂੰ ਵਸਾ ਸਕਾਂ। ਹਰੀ ਦਾ ਹੁਕਮ ਮੇਰੇ ਹਿਰਦੇ ਵਿੱਚ ਵਸ ਜਾਏ, ਮੈਂ ਮਨ ਕਰਕੇ ਹਰੀ ਦੇ ਹੁਕਮ ਦੇ ਅੰਦਰ ਤੁਰ ਸਕਾਂ। ਤਾਂ ਅਸੀਂ ਗੁਰੂ ਤੋਂ ਜਾਣਕਾਰੀ ਲੈਣੀ ਹੈ, ਗਿਆਨ ਲੈਣਾ ਹੈ, ਵੇ ਆਫ ਲਾਈਫ ਸਿੱਖਣਾ ਹੈ, ਰੱਬੀ ਹੁਕਮ ਬਾਰੇ ਸਾਨੂੰ ਸੂਝ ਸਮਝ ਮਿਲੇਗੀ। ਅਸੀਂ ਰੱਬੀ ਹੁਕਮ ਵਿੱਚ ਚੱਲ ਕੇ ਹਰੀ ਵਿੱਚ ਸਮਾ ਜਾਵਾਂਗੇ। ਨਾਨਕ, ਇੱਥੇ ਥੋੜਾ ਰੁਕਾਂਗੇ। ਨਾਨਕ ਨਾਮ ਪਵਿੱਤ ਹਰ, ਮੁਖ ਬੋਲੀ, ਬਿੰਦੀ ਲਾਵਾਂਗੇ, ਮੁਖ ਬੋਲੀ। ਸਭ ਦੁੱਖ ਪਰ ਹਰੀ, ਬਿੰਦੀ ਲਗਾਵਾਂਗੇ। ਪਰ ਹਰੀ ਦਾ ਮਤਲਬ ਮੈਂ ਦੂਰ ਕਰ ਲਵਾਂ। ਨਾਨਕ ਨਾਮ ਪਵਿੱਤ ਹਰ, ਮੁਖ ਬੋਲੀ। ਸਭ ਦੁੱਖ ਪਰ ਹਰੀ, ਮੁਖ ਦਾ ਮਤਲਬ ਮੂੰਹ, ਪਰ ਹਰੀ ਦਾ ਮਤਲਬ ਮੈਂ ਦੂਰ ਕਰਾਂ। हे ਨਾਨਕ, ਪ੍ਰਭੂ ਦਾ ਜੋ ਹੁਕਮ ਹੈ, ਰੱਬੀ ਜੋ ਗੁਣ ਨੇ, ਉਹ ਪਵਿੱਤਰ ਨੇ। ਇਸ ਕਰਕੇ ਮਨ ਲੋਚਦਾ ਹੈ, ਮੁਖ ਬੋਲੀ, ਮੈਂ ਵੀ ਮੂੰਹ ਉਚਾਰਨ ਕਰਾਂ ਰੱਬੀ ਗੁਣਾਂ ਨੂੰ, ਮੈਂ ਵੀ ਜ਼ਬਾਨ ਦੇ ਨਾਲ ਰੱਬੀ ਹੁਕਮ ਦੀ ਗੱਲ ਕਰਾਂ, ਹੁਕਮ ਦੇ ਵਿਰੋਧ ਵਿੱਚ ਕੁਛ ਨਾ ਬੋਲਾਂ। ਸਭ ਦੁੱਖ ਪਰ ਹਰੀ ਦਾ ਮਤਲਬ ਮੈਂ ਵੀ ਰੱਬੀ ਗੁਣ ਗਾ ਕੇ ਸਾਰੇ ਦੁੱਖਾਂ ਨੂੰ ਦੂਰ ਕਰ ਲਵਾਂ। ਤਾਂ ਜੇ ਅਸੀਂ ਜ਼ਬਾਨ ਨਾਲ ਰੱਬੀ ਹੁਕਮ ਦੀ ਗੱਲ ਕਰਦੇ ਹਾਂ, ਸ਼ੁਭ ਗੁਣਾਂ ਦੀ ਗੱਲ ਕਰਦੇ ਹਾਂ, ਗੁਣਾਂ ਦੇ ਧਾਰਨੀ ਹੁੰਦੇ ਹਾਂ, ਤਾਂ ਹਕੀਕਤ ਹੈ, ਇੱਕ ਅਟਲ ਸੱਚਾਈ ਹੈ, ਮਨੋਵਿਗਿਆਨਿਕ ਤੱਥ ਹੈ, ਬ੍ਰਹਿਮੰਡੀ ਸੱਚ ਹੈ, ਯੂਨੀਵਰਸਲ ਟਰੁਥ ਹੈ, ਸਾਡੇ ਦੁੱਖ ਦੂਰ ਹੋ ਸਕਦੇ ਨੇ। ਔੜੀ ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ। ਨਿਰੰਕਾਰ ਦਾ ਮਤਲਬ ਨਿਰਾਕਾਰ, ਜਿਸ ਦਾ ਕੋਈ ਆਕਾਰ ਨਹੀਂ। ਨਿਰੰਜਨ ਦਾ ਮਤਲਬ ਮਾਇਆ ਦੇ ਪ੍ਰਭਾਵ ਤੋਂ ਰਹਿਤ। हे ਚਾਨਣਾ ਬਖਸ਼ਣ ਵਾਲੇ, ਮਾਇਆ ਤੋਂ ਰਹਿਤ ਪ੍ਰਭੂ, ਤੂੰ ਆਪ ਹੀ ਆਪ ਹੈ। ਨਿਰੰਕਾਰ, हे ਨਿਰਾਕਾਰ ਪ੍ਰਭੂ, ਤੂੰ ਮਾਇਆ ਦੀ ਮੈਲ ਤੋਂ ਰਹਿਤ ਹੈ ਔਰ ਆਪ ਹੀ ਆਪ ਹੈ। ਭਾਵ ਤੈਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਤੇਰਾ ਕੋਈ ਮਾਂ ਬਾਪ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੂੰ ਸੈਭੰਗ ਹੈ, ਸੁੱਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਆਪ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ ਔਰ ਆਪ ਹੀ ਆਪ ਇਸ ਸੰਸਾਰ ਦੇ ਅੰਦਰ ਫੈਲਿਆ ਹੋਇਆ ਹੈ। ਜਿਨਨੀ ਤੂੰ ਇੱਕ ਮਨ ਸੱਚ ਧਿਆਇਆ, ਤਿਨ ਕਾ ਸਭ ਦੁੱਖ ਗਵਾਇਆ। ਜਿਨਨੀ ਦਾ ਮਤਲਬ ਜਿਨ੍ਹਾਂ ਨੇ, ਇੱਕ ਮਨ ਦਾ ਮਤਲਬ ਇੱਕ ਮਨ ਚਿੱਤ ਹੋ ਕੇ, ਸੱਚ ਧਿਆਇਆ ਦਾ ਮਤਲਬ ਤੈਨੂੰ ਸਿਮਰਿਆ ਹੈ, ਯਾਦ ਕੀਤਾ ਹੈ, ਧਿਆਨ ਵਿੱਚ ਵਸਾਇਆ ਹੈ। ਜਿਨ੍ਹਾਂ ਨੇ ਇਕਾਗਰ ਹੋ ਕੇ ਤੇਰੇ ਨਾਲ ਧਿਆਨ ਜੋੜਿਆ ਹੈ, ਤੈਨੂੰ ਆਪਣੇ ਧਿਆਨ ਵਿੱਚ, ਆਪਣੀ ਸੋਚ ਵਿੱਚ ਵਸਾਇਆ ਹੈ, ਤਿਨ ਕਾ ਸਭ ਦੁੱਖ ਗਵਾਇਆ, ਉਹਨਾਂ ਦਾ ਤੂੰ ਸਾਰਾ ਦੁੱਖ ਦੂਰ ਕਰ ਦਿੱਤਾ ਹੈ। ਹੁਣ ਦੁੱਖ ਨੇ ਸਾਡੇ ਮਨ ਕਰਕੇ, ਸਾਡੀ ਸੋਚ ਕਰਕੇ, ਕਿ ਮੇਰੀ ਸੋਚ, ਮੇਰੀ ਮੈਂਟੈਲਿਟੀ ਦੇ ਅੰਦਰ ਕੀ ਹੈ। ਔਗਣ, ਈਰਖਾ, ਪਾਪ ਜੇ ਤਾਂ ਇਹ ਨੇ, ਫਿਰ ਤਾਂ ਦੁੱਖ ਪੈਦਾ ਹੋਏਗਾ। ਤੇ ਜੇ ਮੈਂ ਆਪਣੇ ਮਨ ਦੇ ਅੰਦਰ ਸੱਚ, ਧਰਮ, ਦਇਆ, ਸ਼ਾਂਤੀ, ਪ੍ਰੇਮ, ਇਨਸਾਨੀਅਤ ਵਸਾ ਲਵਾਂ, ਫਿਰ ਮੇਰੀ ਜ਼ਿੰਦਗੀ ਅੰਦਰ ਸੁਖ ਹੋਏਗਾ। ਇਸ ਲਈ हे ਸੱਚੇ ਹਰੀ, ਜਿਨ੍ਹਾਂ ਨੇ ਤੈਨੂੰ ਇੱਕ ਮਨ ਹੋ ਕੇ ਆਪਣੇ ਧਿਆਨ ਅੰਦਰ, ਸੋਚ ਅੰਦਰ ਵਸਾ ਲਿਆ, ਉਹਨਾਂ ਦੇ ਤੂੰ ਸਾਰਾ ਜਿਹੜਾ ਦੁੱਖ ਸੀ ਉਹ ਦੂਰ ਕਰ ਦਿੱਤਾ। ਤੇਰਾ ਸ਼ਰੀਕ ਉਹ ਨਹੀਂ, ਸ਼ਰੀਕ ਨਹੀਂ, ਇਹਨੂੰ ਪੜਨਾ ਹੈ ਸ਼ਰੀਕ, ਜਿਵੇਂ ਅਸੀਂ ਕਹਿੰਦੇ ਸ਼ਰੀਕਾ ਬਰਾਦਰੀ। ਤੇਰਾ ਸ਼ਰੀਕ ਕੋ ਨਹੀਂ, ਜਿਸ ਨੂੰ ਲਵੇ ਲਾਏ ਸੁਨਾਇਆ। ਲਵੇ ਲਾਏ ਦਾ ਮਤਲਬ ਹੁੰਦਾ ਹੈ ਨੇੜੇ ਲਾਣਾ, ਬਰਾਬਰ ਕਰਨਾ, ਕਿ ਆ ਤੇ ਫਲਾਂ ਬੰਦੇ ਵਰਗਾ ਹੈ, ਇਹਦੀ ਸ਼ਕਲ ਉਸ ਬੰਦੇ ਨਾਲ ਮਿਲਦੀ ਹੈ।
ਬਰਾਬਰੀ ਕਰਨੀ। ਹੁਣ ਗੁਰੂ ਜੀ ਕਹਿੰਦੇ ਨੇ ਤੇਰਾ ਸ਼ਰੀਕ ਹੀ ਹੈ ਨਹੀਂ ਜਿਹਨੂੰ ਅਸੀਂ ਇਹ ਸੁਣਾਈਏ ਕਿ ਰੱਬ ਇਹਦੇ ਵਰਗਾ ਹੈ। ਕਈ ਵਾਰ ਹੁੰਦਾ ਨਾ, ਅਸੀਂ ਕਹਿੰਦੇ ਆ ਬੱਚਾ ਤਾਂ ਮੇਰਾ ਆਪਣੀ ਮਾਂ ਤੇ ਗਿਆ ਹੈ, ਆਪਣੇ ਪਿਓ ਤੇ ਗਿਆ ਹੈ, ਚਾਚੇ ਤੇ ਦਾਦੇ ਨਾਨੇ ਤੇ ਗਿਆ ਹੈ। ਹੁਣ ਕਿਹੜਾ ਐਸੀ ਸ਼ਰੀਕ ਹੈ ਜਿਹਨੂੰ ਅਸੀਂ ਕਹੀਏ ਵੀ ਰੱਬ ਇਸ ਬੰਦੇ ਵਰਗਾ ਹੈ, ਰੱਬ ਇਸ ਦੇਵਤੇ ਵਰਗਾ ਹੈ। ਤੇਰੇ ਬਰਾਬਰ ਦਾ ਕੋਈ ਹੈ ਹੀ ਨਹੀਂ। ਤੇਰੇ ਬਰਾਬਰ ਕਿਸੇ ਨੂੰ ਕਿਹਾ ਹੀ ਨਹੀਂ ਜਾ ਸਕਦਾ, ਜ਼ਬਾਨ ਚੋਂ ਵੀ ਨਹੀਂ ਕੱਢਿਆ ਜਾ ਸਕਦਾ। ਤੂੰ ਆਪਣੇ ਵਰਗਾ ਆਪ ਹੈ, ਤੂੰ ਲਾ ਸ਼ਰੀਕ ਹੈ। ਤੁਧ ਜੇਵਡ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ। ਇਹਨੂੰ ਮੇਰੇ ਨਹੀਂ ਪੜਨਾ, ਮੇਰੇ ਰਾਰੇ ਨਾਲ ਦੁਲਾਵਾਂ ਨੇ, ਮੇਰੇ ਮਨ ਪਾਇਆ। ਨਿਰੰਜਨਾ ਦਾ ਮਤਲਬ ਮਾਇਆ ਮੈਲ ਤੋਂ ਰਹਿਤ। हे ਮਾਇਆ ਤੋਂ ਰਹਿਤ ਸੱਚੇ ਹਰੀ, ਤੇਰੇ ਜਿਹੜਾ ਦਾਤਾ ਤੂੰ ਆਪ ਹੀ ਹੈ। ਦਾਤੇ ਹੋਣਗੇ ਦੁਨੀਆ ਵਿੱਚ ਦਾਨ ਦੇਣ ਵਾਲੇ। ਆ ਪਿੱਛੇ ਇੱਕ ਫੋਟੋ ਛਪੀ ਸੀ ਨਾ, ਹਸਪਤਾਲ ਦੇ ਵਿੱਚ 5-6 ਬੰਦੇ ਮਰੀਜ਼ ਨੂੰ ਇੱਕ ਕੇਲਾ ਦੇ ਰਹੇ ਸੀ। ਇੱਕ ਕੇਲਾ ਫੜਾ ਰਹੇ ਨੇ ਤੇ 5 ਬੰਦੇ ਫੋਟੋ ਖਿਚਾ ਰਹੇ ਨੇ। ਇੱਕ ਬੰਦੇ ਦੇ ਉੱਤੇ 15 ਬੰਦੇ ਕੰਬਲ ਦੇ ਰਹੇ ਨੇ ਉਹਨੂੰ, ਤੇ ਥੱਲੇ ਲਿਖਿਆ ਸੀ ਵੀ ਇਹ ਸ਼ਾਇਦ ਵਿਚਾਰਾ ਕੰਬਲ ਦੇ ਭਾਰ ਨਾਲ ਤੇ ਨਾ ਮਰੇ, ਤੁਹਾਡੇ ਅਹਿਸਾਨ ਦੇ ਭਾਰ ਨਾਲ ਜ਼ਰੂਰ ਮਰ ਜਾਏਗਾ। 15 ਬੰਦੇ ਇੱਕ ਬੰਦੇ ਨੂੰ ਕੰਬਲ ਦੇ ਰਹੇ ਨੇ, 5 ਬੰਦੇ ਇੱਕ ਕੇਲਾ ਫੜਾ ਰਹੇ ਨੇ। ਕਿਆ ਗਜਬ ਦੇ ਦਾਨੀ ਨੇ। हे ਪ੍ਰਭੂ ਤੇਰੇ ਵਰਗਾ ਦਾਨੀ ਹੋਰ ਕੋਈ ਨਹੀਂ, ਜਿਨਨੇ ਏਡੀਆਂ ਦਾਤਾਂ ਪੈਦਾ ਕੀਤੀਆਂ ਨੇ। ਧਰਤੀ ਹੈ, ਚੰਦਰਮਾ ਹੈ, ਸੂਰਜ ਹੈ, ਆਕਾਸ਼ ਹੈ, ਨਦੀਆਂ ਨਾਲੇ, ਖੰਡ ਮੰਡਲ, ਬ੍ਰਹਿਮੰਡ, ਆਕਾਸ਼ ਗੰਗਾਵਾਂ, ਫਿਰ ਇਸ ਧਰਤੀ ਵਿੱਚ ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਪੈਟਰੋਲੀਅਮ ਪਦਾਰਥ, ਹਜ਼ਾਰਾਂ ਕਿਸਮ ਦੀ ਵਨਸਪਤੀ, ਹਜ਼ਾਰਾਂ ਕਿਸਮ ਦੇ ਫੁੱਲ ਫਲ ਔਰ ਅਨਾਜ। ਏਡਾ ਵੱਡਾ ਦਾਤਾ, ਮਾਇਆ ਦੀ ਮੈਲ ਤੋਂ ਰਹਿਤ, ਤੂੰ ਸਦਾ ਸਥਿਰ ਰਹਿਣ ਵਾਲਾ ਹੈ। ਮੇਰੇ ਮਨ ਭਾਇਆ, ਮੇਰੇ ਮਨ ਨੂੰ ਤੂੰ ਪਿਆਰਾ ਲੱਗਾ ਹੈ। ਮੇਰੇ ਮਨ ਵਿੱਚ ਤੇਰਾ ਪਿਆਰ ਹੈ, ਹੋਰ ਕਿਸੇ ਦਾਤੇ ਦਾ ਪਿਆਰ ਨਹੀਂ ਕਿ ਫਲਾਣਾ ਬਾਬਾ ਜੀ ਬੱਚੇ ਉੱਥੋਂ ਮਿਲਦੇ ਨੇ ਸੇਬਾਂ ਦੇ ਨਾਲ। ਸੇਬਾਂ ਨਾਲ ਬੱਚੇ ਕੋਈ ਨਹੀਂ ਮਿਲਦੇ, ਵਹਿਮ ਨੇ। ਰੱਬ ਵਰਗਾ ਦਾਤਾ ਹੋਰ ਕੋਈ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਿੰਨੇ ਵੀ ਆ ਜੋਤਸ਼ੀ, ਬਾਬੇ, ਮੜੀਆਂ, ਪੀਰ, ਕਬਰਾਂ, ਇਹ ਸਭ ਇੱਕ ਵਹਿਮ ਨੇ, ਬਹੁਤ ਵੱਡਾ ਵਹਿਮ ਹੈ। ਔਰ ਬਹੁਤ ਵੱਡਾ ਇੱਕ ਕਮਰਸ਼ੀਅਲ ਏਰੀਆ ਬਣ ਗਿਆ ਹੈ। ਬਹੁਤ ਵੱਡੇ ਲੋਕ ਇਮੋਸ਼ਨਲ ਬਲੈਕਮੇਲਰ ਨੇ ਜੋ ਆਮ ਜਨਤਾ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰ ਰਹੇ ਨੇ। हे ਪ੍ਰਭੂ ਤੇਰੇ ਤੋਂ ਵੱਡਾ ਦਾਤਾ ਕੋਈ ਨਹੀਂ, ਮੇਰੇ ਮਨ ਵਿੱਚ ਸਿਰਫ ਤੂੰ ਪਿਆਰਾ ਲੱਗਦਾ ਹੈ। ਸੱਚੇ ਮੇਰੇ ਸਾਹਿਬਾ, ਸੱਚੇ ਸੱਚ ਨਾਇਆ। ਨਾਇਆ ਦਾ ਮਤਲਬ ਨਾਮ, ਹੁਕਮ। हे ਮੇਰੇ ਮਾਲਕ ਤੂੰ ਸੱਚਾ ਹੈ ਔਰ ਤੇਰਾ ਹੁਕਮ ਵੀ ਸੱਚਾ ਹੈ। ਤੇਰੇ ਹੁਕਮ ਦੇ ਅੰਦਰ ਸੱਚਾ ਦਾ ਮਤਲਬ ਕੋਈ ਊਣਤਾ ਹੀ ਨਹੀਂ ਹੈ। ਹੁਕਮ ਰਜ਼ਾ ਪਾਣਾ ਦਾ ਮਤਲਬ ਸਿਸਟਮ, ਕੁਦਰਤ ਦਾ ਕਿੰਨਾ ਸੱਚਾ ਸਿਸਟਮ ਹੈ ਜਿਸ ਦੇ ਅੰਦਰ ਕੋਈ ਊਣਤਾ ਹੀ ਨਹੀਂ ਹੈ। ਪੂਰੇ ਦਾ ਪੂਰਾ ਸਿਸਟਮ ਪੂਰੀ ਦੁਨੀਆ ਦੇ ਅੰਦਰ ਹਰ ਥਾਂ ਦੇ ਉੱਤੇ ਕੰਮ ਕਰ ਰਿਹਾ ਹੈ। हे ਮਾਲਕ ਤੂੰ ਹੀ ਸੱਚਾ ਹੈ, ਮੇਰਾ ਮਾਲਕ ਹੈ। ਤੇਰਾ ਹੁਕਮ ਸੱਚਾ ਹੈ, ਤੇਰਾ ਹੁਕਮ ਸਦਾ ਸਥਿਰ ਰਹਿਣ ਵਾਲਾ ਹੈ। ਤੂੰ ਸਦਾ ਸਥਿਰ ਰਹਿਣ ਵਾਲਾ ਹੈ। ਤੇ हे ਮੇਰੇ ਮਾਲਕ ਪਿਆਰੇ, ਤੂੰ ਮੇਰੇ ਮਨ ਨੂੰ ਭਾਉਂਦਾ ਹੈ, ਤੂੰ ਮੇਰੇ ਮਨ ਨੂੰ ਪਿਆਰਾ ਲੱਗਦਾ ਹੈ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਅਸੀਂ ਆਪ ਵਿਚ